ਕਿੰਨੇ ਸਾਰੇ ਚਿਹਰੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਟੀਵੀ ਦੇ ਉੱਤੇ ਦੇਖਦੇ ਆ ਨਾ ਤੇ ਫਿਰ ਦਿਲ ਕਰਦਾ ਹੈ ਕਾਸ਼ ਇਹਨਾਂ ਨੂੰ ਮਿਲ ਲਈਏ ਜਾਂ ਕਾਸ਼ ਅਸੀਂ ਵੀ ਇਹਨਾਂ ਦੇ ਬਣ ਜਾਈਏ। ਔਰ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਕੁਝ ਕੁੜੀਆਂ ਤਾਂ ਟੀਵੀ ਦੇ ਉੱਤੇ ਇੰਨਾ ਕਮਾਲ ਕਰ ਦਿੰਦੀਆਂ ਕਿ ਬਹੁਤ ਸਾਰੀਆਂ ਕੁੜੀਆਂ ਚਾਹੁੰਦੀਆਂ ਨੇ ਹਾਏ ਇੱਕ ਦਿਨ ਮੈਂ ਵੀ ਟੀਵੀ ਦੇ ਉੱਤੇ ਆ ਕੇ ਇਦਾਂ ਦੇ ਸੋਹਣੇ ਸੋਹਣੇ ਕੱਪੜੇ ਪਾਵਾਂ, ਇਦਾਂ ਦੀ ਸੋਹਣੀ ਸੋਹਣੀ ਲੱਗਾ। ਤੇ ਇਸ ਸੋਹਣੇ ਜਿਹੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਜੀ ਆਇਆਂ ਨੂੰ, ਮੈਂ ਹਾਂ ਜੀ ਵਰੁਣ ਕੌਰ ਮਾਨ। ਗੱਲ ਅਸਲ ਦੇ ਵਿੱਚ ਇਦਾਂ ਆ, ਕਈ ਚਿਹਰੇ ਸਾਨੂੰ ਜ਼ਿੰਦਗੀ ਦੇ ਵਿੱਚ ਕੇਵਲ ਤੇ ਕੇਵਲ ਇਦਾਂ ਹੁੰਦੇ ਆ, ਹਾਂ ਠੀਕ ਆ ਵਧੀਆ ਆ, ਪਰ ਕੁਝ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਤੁਹਾਡੀ ਜ਼ਿੰਦਗੀ ਦੇ ਉੱਤੇ ਅਸਰ ਪਾ ਦਿੰਦੇ, ਤੁਹਾਨੂੰ ਮੋਟੀਵੇਟ ਕਰ ਦਿੰਦੇ। ਔਰ ਕੁਝ ਬੱਚੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਕੁਝ ਬਣਨਾ ਚਾਹੁੰਦੇ ਆ, ਪਰ ਕੋਈ ਕਹਿੰਦਾ ਕਿ ਮੇਰੀ ਮਾਂ ਨੇ ਸਾਥ ਨਹੀਂ ਦਿੱਤਾ, ਕੋਈ ਕਹਿੰਦਾ ਕਿ ਮੇਰੇ ਨਾ ਬਾਪ ਨੇ ਸਾਥ ਨਹੀਂ ਦਿੱਤਾ, ਕਿਉਂਕਿ ਉਹ ਕਹਿੰਦੇ ਆ ਟੀਵੀ ਤੇ ਆਉਣਾ ਇਹ ਕੁੜੀਆਂ ਕਿੱਦਾਂ ਕਰੂਗੀਆਂ। ਪਰ ਬਹੁਤ ਨਸੀਬਾਂ ਵਾਲੀਆਂ ਹੁੰਦੀਆਂ ਉਹ ਕੁੜੀਆਂ ਜਿਨ੍ਹਾਂ ਦੇ ਮਾਂ-ਬਾਪ ਖੁਦ ਹੱਲਾਸ਼ੇਰੀ ਦੇ ਕੇ ਉਹਨਾਂ ਨੂੰ ਕਹਿੰਦੇ ਨੇ ਕਿ ਜਾ ਪੁੱਤਰਾ ਉੱਤਰ ਜਾ ਮੈਦਾਨ ਦੇ ਵਿੱਚ। ਔਰ ਆਪਾਂ ਆਮ ਤੌਰ ਤੇ ਸੁਣਦੇ ਆ ਕਿ ਮੇਰੇ ਪਿਓ ਨੇ ਤਾਂ ਮੈਨੂੰ ਪੁੱਤਾਂ ਵਾਂਗ ਪਾਲਿਆ, ਮੇਰੇ ਪਿਓ ਨੇ ਤਾਂ ਮੇਰੇ ਨਾਲ ਐਂ ਕੀਤੀ, ਕੁੜੀਆਂ ਨੂੰ ਕਹਿੰਦੇ ਹੋਏ। ਪਰ ਤੁਹਾਨੂੰ ਪਤਾ ਹੈ ਕਿ ਕੁਝ ਬਾਪ ਕੁੜੀਆਂ ਨੂੰ ਕੁੜੀਆਂ ਕਹਿ ਕੇ ਪਾਲਦੇ ਨੇ ਤੇ ਉਹ ਦੱਸਦੇ ਨੇ ਕਿ ਕੁੜੀਆਂ ਨੂੰ ਪੁੱਤ ਕਹਿਣ ਦੀ ਲੋੜ ਨਹੀਂ ਹੁੰਦੀ। ਹੁਣ ਤੁਸੀਂ ਕਹਿੰਦੇ ਹੋਣੇ ਕਿ ਮੈਂ ਇੰਨੀਆਂ ਤਾਰੀਫਾਂ ਕਰੀ ਜਾ ਰਹੀਆਂ, ਇਹ ਕਿਹਦੇ ਵੱਲ ਜਾ ਰਹੀਆਂ, ਇਹ ਕਿਹਦੀਆਂ ਗੱਲਾਂ ਹੋ ਰਹੀਆਂ, ਐਦਾਂ ਕਿੱਦਾਂ? ਪਹਿਲਾਂ ਗਾਣਾ ਦੇਖੋ ਫਿਰ ਬਾਕੀ ਗੱਲ ਕਰਦੇ ਆ। ਪ੍ਰੋਗਰਾਮ ਗੱਲਾਂ ਤੇ ਗੀਤ ਤੇ ਪਤਾ ਲੱਗ ਗਿਆ ਨਾ, ਮੈਂ ਗੱਲ ਕਰ ਰਹੀ ਸੀ ਸਤਵਿੰਦਰ ਬਿੱਟੀ ਹੋਣਾ ਦੀ, ਕਿਉਂਕਿ ਇਹਨਾਂ ਦੇ ਫਾਦਰ ਦੀ ਬਹੁਤ ਸਾਰੀ ਸਪੋਰਟ, ਇਹਨਾਂ ਨੂੰ ਬਹੁਤ ਸਾਰੀਆਂ ਕੁੜੀਆਂ ਤੁਹਾਡੀਆਂ ਫੈਨ ਬਣੀਆਂ, ਤੁਹਾਨੂੰ ਦੇਖਣ ਤੋਂ ਬਾਅਦ ਇਸ ਫੀਲਡ ਦੇ ਵਿੱਚ ਆਈਆਂ ਔਰ ਤੁਸੀਂ ਅੱਜ ਪ੍ਰੋਗਰਾਮ 'ਚ ਆਏ। ਬਹੁਤ ਬਹੁਤ ਸਵਾਗਤ, ਜੀ ਆਇਆਂ ਨੂੰ 4 ਸਾਲਾਂ ਬਾਅਦ ਡੀਡੀ ਪੰਜਾਬੀ ਆਉਣ ਦੇ ਲਈ। ਥੈਂਕ ਯੂ ਵਰੁਣ। ਸਭ ਤੋਂ ਪਹਿਲਾਂ ਸਮੂਹ ਪੰਜਾਬੀਆਂ ਨੂੰ ਔਰ ਖਾਸ ਤੌਰ 'ਤੇ ਗੁਰਮੇਲ ਜੀ ਦਾ ਧੰਨਵਾਦ ਔਰ ਪੂਰੀ ਜਲੰਧਰ ਦੂਰਦਰਸ਼ਨ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਇਸ ਧੀ ਨੂੰ ਦੁਬਾਰਾ ਤੁਸੀਂ ਇਸ ਮੰਚ 'ਤੇ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਪੰਜਾਬੀਆਂ ਦੇ ਰੂਬਰੂ ਹੋ ਸਕਾਂ। ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਮੈਂ ਨਾ ਅਕਸਰ ਹਰ ਜਗ੍ਹਾ ਹਰ ਇੰਟਰਵਿਊ ਦੇ ਵਿੱਚ ਇਹੀ ਸੁਣਿਆ, ਓਪਨਿੰਗ ਵੀ ਮੈਂ ਤਾਂ ਹੀ ਕੀਤੀ ਹੈ ਕਿਉਂਕਿ ਪਿਓ ਦਾ ਆਪਣੀ ਧੀ ਨੂੰ ਕਹਿਣਾ ਜਾ ਹਨਾ ਜਿੱਥੇ ਤੇਰੀ ਦਿਲ ਕਰਦਾ ਤੂੰ ਉਹ ਫੀਲਡ ਨੂੰ ਲੈ। ਇਹ ਘਰ ਦਾ ਮਾਹੌਲ ਹੁੰਦਾ ਜਾਂ ਤੁਹਾਡੇ ਫਾਦਰ ਸਾਹਿਬ ਬਾਕੀਆਂ ਤੋਂ ਬਾਗੀ ਹੋ ਕੇ ਤੁਹਾਨੂੰ ਇਸ ਲਾਈਨ ਦੇ ਵਿੱਚ ਭੇਜਦੇ ਆ, ਜਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਗਾਇਕ ਨਹੀਂ ਬਣ ਸਕੇ, ਉਹਨਾਂ ਨੇ ਤੁਹਾਨੂੰ ਗਾਇਕਾ ਬਣਾਇਆ। ਮਤਲਬ ਅੱਜ ਤੱਕ ਇਹ ਨਹੀਂ ਕਲੀਅਰ ਹੋਇਆ ਕਿ ਤੁਹਾਡੇ ਫਾਦਰ ਸਾਹਿਬ ਨੂੰ ਕਿੱਥੋਂ ਮੋਟੀਵੇਸ਼ਨ ਮਿਲੀ ਕਿ ਉਹ ਤੁਹਾਨੂੰ ਭੇਜਣ ਇਸ ਫੀਲਡ 'ਚ। ਐਕਚੁਅਲੀ ਜੀ ਸਾਡੇ ਘਰ ਦਾ ਮਾਹੌਲ ਵੈਸੇ ਤਾਂ ਮੈਨੂੰ ਲੱਗਦਾ ਹਰ ਪੰਜਾਬੀ ਦੇ ਘਰ ਦਾ ਮਾਹੌਲ ਇਹ ਹੈ ਕਿ ਆਪਾਂ ਸਪੋਰਟਸ ਨੂੰ ਕਿੰਨਾ ਪਿਆਰ ਕਰਦੇ ਹਾਂ ਔਰ ਆਪਾਂ ਮਿਊਜ਼ਿਕ ਨੂੰ ਕਿੰਨਾ ਪਿਆਰ ਕਰਦੇ ਹਾਂ। ਸਾਡੀ ਤਾਂ ਤੁਸੀਂ ਇਹ ਦੇਖੋ ਵੀ ਵਾਰਾਂ ਅਸੀਂ ਛੋਟੇ ਹੁੰਦੇ ਸੁਣਦੇ ਰਹੇ ਹਾਂ ਔਰ ਮੈਨੂੰ ਵਾਰਾਂ ਹੀ ਸਿਖਾਈਆਂ ਮੇਰੇ ਪਿਤਾ ਨੇ, ਕਿਉਂਕਿ ਉਹ ਧਾਰਮਿਕ ਗਾਇਕੀ ਨੂੰ ਬਹੁਤ ਪਸੰਦ ਕਰਦੇ ਸੀ, ਲਿਖਦੇ ਵੀ ਸੀਗੇ, ਜ਼ਿਆਦਾ ਧਾਰਮਿਕ ਲਿਖਦੇ ਸੀਗੇ। ਸੋ ਉਹਨਾਂ ਤੋਂ ਹੀ ਮੈਂ ਗਾਇਕੀ ਸਿੱਖਦੀ ਰਹੀ। ਮੇਰੇ ਘਰ 'ਚ ਹੀ ਉਹਨਾਂ ਦਾ ਸ਼ੌਕ ਇੰਨਾ ਸੀ ਕਿ ਹਾਰਮੋਨੀਅਮ ਵਜਾਉਂਦੇ ਸੀ, ਅਲਗੂਜੇ ਵਜਾ ਲੈਂਦੇ ਸੀ ਔਰ ਉਹਨਾਂ ਦੇ ਫਾਦਰ ਜਿਵੇਂ ਮੇਰੇ ਦਾਦਾ ਜੀ ਵੀ ਹਾਰਮੋਨੀਅਮ ਵਜਾਉਂਦੇ ਸੀ ਔਰ ਪਿੰਡ 'ਚ ਉਹਨਾਂ ਨੇ ਗੁਰਦੁਆਰੇ 'ਚ ਬੜੇ ਬੱਚਿਆਂ ਨੂੰ ਸਿਖਾਉਂਦੇ ਸੀ। ਔਰ ਉਹਨਾਂ ਟਾਈਮਾਂ 'ਚ
ਮਤਲਬ ਕਿ ਬਿੰਦ ਰੱਖਿਆ ਸਾਹਿਬ ਦੇ ਜਿਵੇਂ ਫਾਦਰ ਸੀਗੇ ਜੀ, ਭਲਵਾਨੀ ਵੀ ਕਰਦੇ ਸੀ ਮੇਰੇ ਦਾਦਾ ਜੀ ਦੇ ਇੱਕ ਬ੍ਰਦਰ। ਤੇ ਸਾਡੇ ਘਰੇ ਕਈ ਆਰਟਿਸਟ ਜਿਵੇਂ ਬੰਬੇ ਇੰਡਸਟਰੀ ਤੋਂ, ਜਿਵੇਂ ਪ੍ਰਾਣ, ਮੁਮਤਾਜ਼, ਇਸ ਤਰ੍ਹਾਂ ਆਂਦੇ ਹੁੰਦੇ ਸੀ। ਤੇ ਉਸੇ ਤਰ੍ਹਾਂ ਦਾਦਾ ਜੀ ਦਾ ਇੰਟਰਸਟ ਬਣਿਆ ਰਿਹਾ ਮਿਊਜ਼ਿਕ ਨਾਲ, ਔਰ ਉਸੇ ਤਰ੍ਹਾਂ ਸ਼ਾਇਦ ਫਾਦਰ ਸਾਹਿਬ ਦਾ ਬਣਿਆ। ਫਿਰ ਮੇਰੇ ਭੂਆ ਕੋਈ ਨਹੀਂ ਹੈਗੀ ਸੀ ਜੀ, ਤੇ ਮੈਂ ਵੀ ਫਿਰ ਗਾਂ ਇਕੱਲੀ ਬੇਟੀ ਸੀ ਆਪਣੇ ਪਿਤਾ ਦੇ। ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਵੇਂ ਲਾਡਲੀ, ਜਾਂ ਮੈਨੂੰ ਲੱਗਦਾ ਕਿ ਮੈਂ ਬੜੀ ਬਲੈਸਡ ਮੈਂ ਸੀ ਕਿ ਮੇਰੇ ਇੰਨੇ ਅੱਛੇ ਮੈਨੂੰ ਮੇਰੇ ਪਿਤਾ ਮਿਲੇ। ਪਿਤਾ ਸਾਰੇ ਹੀ ਚੰਗੇ ਹੁੰਦੇ ਆ, ਤੇ ਕੁੜੀਆਂ ਅਟੈਚ ਵੀ ਜ਼ਿਆਦਾ ਆਪਣੇ ਪਿਤਾ ਨਾਲ ਹੁੰਦੀਆਂ ਹੈ। ਤੇ ਮੈਨੂੰ ਉਹਨਾਂ ਨੇ, ਮੈਂ ਉਹਨਾਂ ਦੇ ਨਾਲ ਰਹਿਣ ਦਾ, ਕਿਉਂਕਿ ਮੈਂ ਹਮੇਸ਼ਾ ਨਾਲ ਹੀ ਰਹਿੰਦੀ ਸੀ ਆਪਣੇ ਡੈਡੀ ਦੇ, ਤੇ ਉਹ ਜਾਂਦੇ ਤਾਂ ਉਹ ਸਿੱਖਣ ਸੀ ਹਾਰਮੋਨੀਅਮ, ਤੇ ਮੈਂ ਕਹਿਣਾ ਕਿ ਮੈਂ ਵੀ ਡੈਡੀ ਤੁਹਾਡੇ ਨਾਲ ਜਾਣਾ। ਫਿਰ ਨਾਲ ਜਾਂਦੇ ਜਾਂਦੇ ਇੱਕ ਦਿਨ ਅਚਾਨਕ ਉਹਨਾਂ ਨੂੰ ਲੱਗਿਆ ਕਿ ਇੰਨਾ ਅੱਛਾ ਇਹਨੇ ਗਾਇਆ ਧਾਰਮਿਕ ਇੱਕ ਰਚਨਾ। ਤੇ ਫਿਰ ਸਾਡਾ ਜਿਵੇਂ ਉਹਨਾਂ ਦੇ ਨਾਨਕਿਆਂ ਦਾ ਪਿੰਡ ਹੈ ਜੀ, ਬੱਤਾ ਪਿੰਡ ਹੈ ਇੱਧਰ ਆਪਣਾ ਬਸੀ ਕੋੜੇ, ਤੇ ਉੱਥੇ ਮਤਲਬ ਸਾਡੇ ਬਾਬਾ ਜੀ ਦੀ ਇੱਕ ਜਗ੍ਹਾ ਬਣੀ ਹੋਈ ਹੈ, ਜਿਵੇਂ ਆਮ ਪਿੰਡਾਂ 'ਚ ਜਗ੍ਹਾ ਬਣੀਆਂ ਹੁੰਦੀਆਂ। ਤੇ ਬਸ ਜੀ ਉੱਥੇ ਫਿਰ ਮੇਰੀ ਸ਼ੁਰੂਆਤ ਹੋਈ, ਔਰ ਇੰਨਾ ਪਿਆਰ, ਮੈਂ ਕਹਿੰਦੀ ਪੰਜਾਬੀ ਇੰਨੇ ਚੰਗੇ ਪਿਆਰ ਹੀ ਇੰਨਾ ਦੇ ਦਿੰਦੇ, ਮੱਲੋ ਮੱਲੀ ਬੰਦੇ ਨੂੰ ਕੰਮ ਕਰਾ ਦਿੰਦੇ। ਧਾਰਮਿਕ ਤੁਸੀਂ ਗੱਲ ਕੀਤੀ ਆ, ਸੋ ਬਹੁਤ ਸਾਰੇ ਗਾਣੇ ਵੀ ਤੁਹਾਡੇ ਤੋਂ ਸੁਣਨੇ ਆ। ਮੈਂ ਚਾਹੁੰਦੀ ਹਾਂ ਕਿ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਨਾ ਇੱਕ ਧਾਰਮਿਕ ਕਰ ਦਈਏ, ਕਿਉਂਕਿ ਤੁਹਾਡੀ ਆਵਾਜ਼ ਦੇ ਵਿੱਚ ਤਾਂ ਬਹੁਤ ਲੋਕਾਂ ਨੇ ਇਸ ਚੀਜ਼ ਨੂੰ ਪਸੰਦ ਕੀਤਾ। ਹਾਂਜੀ ਹਾਂਜੀ, ਮੈਂ ਉਹੀ ਗੱਲ ਕਰਦੀ ਹਾਂ ਕਿ ਮੈਂ ਬਹੁਤ ਇਹਦੇ 'ਚ ਮੇਰੀ ਜ਼ਿੰਦਗੀ 'ਤੇ ਅਸਰ ਪਿਆ, ਕਿਉਂਕਿ ਧਾਰਮਿਕ ਜਦੋਂ ਤੁਸੀਂ ਗੁਰੂ ਸਾਹਿਬਾਨ ਬਾਰੇ ਪੜ੍ਹਦੇ ਹੋ ਜੀ, ਉਹਨਾਂ ਦਾ ਇਤਿਹਾਸ ਗਾਉਂਦੇ ਹੋ, ਤੁਸੀਂ ਖੁਦ ਵੀ ਇੰਨੇ ਦਲੇਰ ਹੋ ਜਾਂਦੇ ਹੋ। ਬਿਲਕੁਲ, ਹੈ ਨਾ ਜੀ। ਤੇ ਮੈਂ ਜ਼ਰੂਰ ਸੁਣਾਉਣਾ ਚਾਹੂੰਗੀ। ਹਰ ਇੱਕ ਮੋੜ ਤੇ ਔਰਤ ਦਾ ਹਰ ਇੱਕ ਕਿਰਦਾਰ ਲਸਾਨੀ ਏ, ਸਿੱਖ ਧਰਮ ਵਿੱਚ ਔਰਤ ਦੀ ਬਹੁਤ ਵੱਡੀ ਕੁਰਬਾਨੀ ਏ। ਸਿੱਖ ਧਰਮ ਵਿੱਚ ਔਰਤ ਦੀ ਬਹੁਤ ਵੱਡੀ ਕੁਰਬਾਨੀ ਏ। ਗੁਜ਼ਰਿਆ ਵਕਤ ਸੁਣਾਉਂਦੇ ਮਾਂ ਗੁਜਰੀ ਦਾ ਕਿੱਡਾ ਜੇਰਾ, ਪਤੀ ਵਾਰਿਆ ਪੋਤੇ ਵਾਰੇ ਬੁਰਜ ਚਲਾਇਆ ਡੇਰਾ। ਸਤ ਸਬਰ ਸੰਤੋਖ ਦੀ ਮੂਰਤ ਕੁਲ ਸਰਬੰਸ ਦੀ ਦਾਨੀ ਏ। ਸਿੱਖ ਧਰਮ ਵਿੱਚ ਔਰਤ ਦੀ ਬਹੁਤ ਵੱਡੀ ਕੁਰਬਾਨੀ ਏ। ਵਾਹ, ਬਹੁਤ ਖੂਬ, ਬਹੁਤ ਖੂਬ। ਔਰ ਨਾ ਮੈਂ ਸੋਚ ਰਹੀ ਸੀ, ਜਦੋਂ ਤੁਸੀਂ ਗਾ ਰਹੇ ਹੋ ਹੁਣ, ਇੱਕ ਟਾਈਮ ਇਦਾਂ ਦਾ ਵੀ ਆਇਆ, ਪਿੱਛੇ ਜੇ ਰੌਲਾ ਪੈਣ ਲੱਗ ਗਿਆ ਕਿ ਹੁਣ ਤਾਂ ਬਿੱਟੀ ਜੀ ਨਹੀਂ ਗਾਉਂਦੇ ਹੈਗੇ, ਹੁਣ ਤਾਂ ਉਹਨਾਂ ਨੇ ਗਾਉਣਾ ਛੱਡ ਦਿੱਤਾ, ਕਿਉਂਕਿ ਇਦਾਂ ਦਾ ਰਿਵਾਜ ਆ ਗਿਆ ਕਿ ਜਦੋਂ ਤਾਈਂ ਤੁਸੀਂ ਸੋਸ਼ਲ ਮੀਡੀਆ ਤੇ ਫੋਟੋ ਨਹੀਂ ਪਾਉਂਦੇ, ਲੋਕਾਂ ਨੂੰ ਲੱਗਦਾ ਖਰੇ ਦੁਨੀਆ ਤੇ ਕੰਮ ਹੀ ਨਹੀਂ ਹੁੰਦੇ, ਜੇ ਕੋਈ ਕੰਮ ਹੁੰਦਾ ਉਹ ਸੋਸ਼ਲ ਮੀਡੀਆ ਤੇ ਪਾ ਦੇਣਾ ਜ਼ਰੂਰੀ ਆ। ਐਕਚੁਅਲੀ ਬਹੁਤ ਫਾਸਟ ਹੋ ਗਿਆ ਸਾਰਾ ਕੁਝ, ਮਤਲਬ ਅਸੀਂ ਥੋੜ੍ਹਾ ਸਲੋ ਐਂਡ ਸਟੱਡੀ ਜਿਵੇਂ ਸ਼ੁਰੂ ਤੋਂ ਚੱਲਦੇ ਰਹੇ ਹਾਂ। ਗਾਉਣਾ ਤਾਂ ਮੈਂ ਕਦੇ ਵੀ ਨਹੀਂ ਛੱਡਿਆ ਜੀ। ਮੈਨੂੰ ਲੱਗਦਾ ਕਿ ਬਹੁਤ ਐਸੇ ਪਰਿਵਾਰਾਂ 'ਚ ਮੈਨੂੰ ਬਾਰ-ਬਾਰ ਜਾਣ ਦਾ ਮੌਕਾ ਮਿਲਦਾ ਰਿਹਾ, ਹੁਣ ਤੱਕ ਮਿਲ ਰਿਹਾ, ਕਿ ਜਿਨ੍ਹਾਂ ਦਾ ਮੈਂ 20 ਸਾਲ ਪਹਿਲਾਂ ਵੀ ਜਿਨ੍ਹਾਂ ਦੇ ਵਿਆਹਾਂ 'ਤੇ ਗਾਇਆ ਸੀਗਾ, ਤੇ ਅੱਜ ਉਹਨਾਂ ਦੀ ਕੋਈ ਰਿਸ਼ਤੇਦਾਰੀ 'ਚ ਮੈਂ ਮਤਲਬ ਜਾ ਕੇ ਗਾਇਆ, ਔਰ ਮੇਲਿਆਂ 'ਤੇ ਗਾਇਆ, ਅੱਜ ਵੀ ਗਾ ਰਹੀ ਹਾਂ। ਸੋ ਮੈਂ ਦੱਸਣਾ ਚਾਹੂੰਗੀ ਕਿ ਕੱਲ੍ਹ ਨੂੰ ਹੁਣ ਮੈਂ ਯੂਬਾ ਸਿਟੀ ਜਾ ਰਹੀ ਹਾਂ, ਮੇਰੀਆਂ ਭੈਣਾਂ ਨੇ ਮੈਨੂੰ ਉੱਥੇ ਸੱਦਿਆ ਹੋਇਆ ਹੈ। 4 ਸਤੰਬਰ ਨੂੰ ਬਹੁਤ ਵੱਡਾ ਧੀਆਂ ਦਾ ਮੇਲਾ ਹੋ ਰਿਹਾ ਹੈ। ਸੋ ਮੈਂ ਕਦੀ ਵੀ ਘਰੇ ਨਹੀਂ ਰਹੀ, ਲੋਕਾਂ 'ਚ ਵਿਚਰਦੀ ਰਹੀ ਹਾਂ। ਸ਼ਾਇਦ ਇਸੇ ਕਰਕੇ ਅੱਜ ਤੱਕ ਬਹੁਤ ਲੋਕਾਂ ਨੂੰ ਪਤਾ ਵੀ ਹੈ ਕਿ ਮੈਂ ਮਤਲਬ ਗਾ ਰਹੀ ਹਾਂ। ਬਟ ਇਸ ਤਰ੍ਹਾਂ ਹੋ ਜਾਂਦਾ ਕਿ ਫਿਰ ਵੀ ਜਦੋਂ ਤੁਸੀਂ ਫੈਮਿਲੀ 'ਚ ਆ ਜਾਂਦੇ ਹੋ, ਤੁਹਾਡਾ ਇੱਕ ਬੱਚਾ ਹੈ, ਅਤੇ ਫਿਰ ਨਾਲ ਨਾਲ ਪ੍ਰਾਇਓਰਿਟੀਜ਼ ਹੋ ਜਾਂਦੀਆਂ ਨੇ। ਬਾਕੀ ਜ਼ਿੰਦਗੀ 'ਚ ਕਈ ਮੁਕਾਮ ਐਸੇ ਆ ਜਾਂਦੇ ਹੈ ਕਿ ਤੁਸੀਂ ਥੋੜ੍ਹੀਆਂ ਚੀਜ਼ਾਂ ਅੱਗੇ ਪਿੱਛੇ ਹੋ ਜਾਂਦੀਆਂ ਨੇ, ਪਰ ਗਾਉਣਾ ਮੇਰੀ ਜੋ ਸ਼ਖਸੀਅਤ ਹੈ, ਅਤੇ ਮੈਂ ਗਾ ਕੇ ਹੀ ਆਪਣੀਆਂ ਫੀਲਿੰਗਸ ਅਤੇ ਇੰਨਾ ਪਿਆਰ ਮੈਂ ਲੋਕਾਂ ਦਾ ਖੱਟਿਆ ਜੀ। ਅਤੇ ਮੈਂ ਤਾਂ ਕਹਿੰਦੀ ਹਾਂ ਜਿਸ ਦਿਨ ਮੈਂ ਜਾਵਾਂ ਉਹ ਵਾਲੀ ਦੁਨੀਆ 'ਚ, ਤੇ ਮੈਂ ਗਾਉਂਦੀ ਗਾਉਂਦੀ ਕਿਸੇ ਸਟੇਜ ਤੋਂ ਹੀ ਜਾਵਾਂ। ਰੱਬ ਤੁਹਾਡੀ ਲੰਬੀ ਲੰਬੀ ਉਮਰ ਕਰੇ। ਇਹੀ ਮੇਰੀ ਪ੍ਰਾਪਤੀ ਹੈ ਕਿ ਮੈਨੂੰ ਪੰਜਾਬੀਆਂ ਨੇ, ਮਤਲਬ ਮੈਂ ਕਿਸ ਤਰ੍ਹਾਂ, ਇਹਦਾ ਕੋਈ ਧੰਨਵਾਦ ਨਹੀਂ ਹੁੰਦਾ ਜੇ ਤੁਹਾਨੂੰ ਕੋਈ ਪਿਆਰ ਕਰਦਾ ਹੈ। ਮੈਨੂੰ ਤਾਂ ਇੰਨਾ ਪਿਆਰ ਮਿਲਿਆ, ਤੇ ਮੈਂ ਮਤਲਬ ਹੁਣ ਮੇਰਾ ਤਾਂ ਦੁੱਗਣਾ ਪਿਆਰ ਹੀ ਦੇਣਾ ਚਾਹੁੰਦੀ ਹਾਂ ਆਪਣੇ ਲੋਕਾਂ ਨੂੰ। ਬਹੁਤ ਵਾਰੀ ਅਕਸਰ ਦੇਖਿਆ ਕਿ ਕੁੜੀਆਂ ਤੁਹਾਡੀਆਂ ਬਹੁਤ ਫੈਨ ਰਹੀਆਂ।
ਉਹੀ ਮੈਂ ਕਹਿੰਨੀ ਆ ਜੀ। ਜਿੱਦਾਂ ਆਮ ਤੌਰ ਤੇ ਹੁੰਦਾ ਨਾ, ਕੁੜੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਕੋਈ ਮੇਲ ਸਿੰਗਰ ਦੇਖ ਕੇ ਕਰੇਜ਼ ਹੁੰਦਾ ਹਨਾ, ਪਰ ਕੁੜੀਆਂ ਨੂੰ ਇਹ ਵੀ ਹੁੰਦਾ ਹੈ ਕਿ ਮੈਂ ਬਿੱਟੀ ਜੀ ਵਰਗੀ ਬਣਾ, ਮੈਂ ਬਿੱਟੀ ਜੀ ਵਰਗੇ ਕੱਪੜੇ ਪਾਵਾਂ, ਮੈਂ ਬਿੱਟੀ ਹੋਣਾ ਵਾਂਗ ਮਸ਼ਹੂਰ ਹੋਵਾਂ ਤੇ ਮੈਂ ਬਿੱਟੀ ਜੀ ਵਾਂਗ ਹੀ ਦੂਸਰੀਆਂ ਕੁੜੀਆਂ ਦਾ ਪਿਆਰ ਲਵਾਂ। ਇਹ ਬਹੁਤ ਘੱਟ ਫੀਮੇਲ ਸਿੰਗਰ ਨੂੰ ਨਸੀਬ ਹੁੰਦਾ। ਇਹ ਗੁਰੂ ਸਾਹਿਬ ਦੀ ਕਿਰਪਾ ਹੈ। ਮੈਂ ਕਿਉਂਕਿ ਆਪਣੇ ਆਪ ਨੂੰ ਇੱਕ ਧੀ ਸਮਝਦੀ ਹਾਂ, ਆਪਣੇ ਪਿਤਾ ਦੀ, ਜਿਸ ਤਰ੍ਹਾਂ ਹਰ ਧੀ ਨੂੰ ਹੁੰਦਾ ਕਿ ਮੇਰੇ ਪਿਤਾ ਦੀ ਇੱਜ਼ਤ ਵਧੇ, ਮੇਰੇ ਪਰਿਵਾਰ ਦੀ ਵਧੇ। ਪਹਿਲਾਂ ਇੱਕ ਪਰਿਵਾਰ 'ਚ ਮੈਂ ਵਿਚਰਦੀ ਰਹੀ, ਫਿਰ ਮੈਂ ਦੂਜੇ ਪਰਿਵਾਰ 'ਚ ਆਈ। ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਜੋ ਇੱਕ ਬੇਟੀ ਹੈ ਪੰਜਾਬ ਦੀ, ਸਾਰੀਆਂ ਬੇਟੀਆਂ ਜਿਹਨੇ ਪੰਜਾਬ ਦੀ ਧਰਤੀ 'ਤੇ ਜਨਮ ਲਿਆ, ਤੁਸੀਂ ਵੀ ਸਾਰੇ, ਮੈਨੂੰ ਐਵੇਂ ਦੀਆਂ ਤਾਂ ਆਪਾਂ ਹੈਗੀਆਂ ਕਿ ਜਿਹੜੀ ਇੱਕ ਧੀ, ਜਿਹੜੀ ਪੰਜਾਬ ਦੀ ਧੀ ਹੈ, ਉਹ ਇਸੇ ਤਰ੍ਹਾਂ ਆਪਣੇ ਪਿਤਾ ਨੂੰ ਪਿਆਰ ਕਰਦੀ ਹੈ, ਉਹ ਇਸੇ ਤਰ੍ਹਾਂ ਦੇ ਗੀਤ, ਉਹ ਗਿੱਧੇ ਵੀ ਪਾਉਂਦੀ ਹੈ ਤੇ ਉਹ ਸੈਕਰੀਫਾਈਸ ਵੀ ਕਰਦੀ ਹੈ, ਹਾਂਜੀ, ਉਹ ਕੁਰਬਾਨ ਹੁੰਦੀ ਹੈ ਆਪਣੇ ਪਰਿਵਾਰ ਤੋਂ, ਆਪਣੇ ਵੱਡੇ ਪਰਿਵਾਰ ਤੋਂ, ਆਪਣੇ ਲੋਕਾਂ ਤੋਂ, ਆਪਣੇ ਭਰਾਵਾਂ ਤੋਂ। ਸੋ ਮੈਨੂੰ ਇਹ ਲੱਗਦਾ ਹੈ ਕਿ ਗੁੜਤੀ ਮੈਨੂੰ ਪੰਜਾਬ ਦੀ ਮਿੱਟੀ ਤੋਂ ਮਿਲੀ ਹੈ ਤੇ ਮੈਂ ਸਿਰਫ ਆਪਣਾ ਫਰਜ਼ ਨਿਭਾ ਰਹੀ ਹਾਂ, ਔਰ ਇਹੀ ਤਾਂ ਸਾਡੀ ਪੰਜਾਬੀਅਤ ਹੈ। ਸੋ ਹਰ ਇੱਕ ਮੈਂ ਬੇਟੀ 'ਚ ਇਹ ਚੀਜ਼ ਦੇਖਦੀ ਹਾਂ, ਸ਼ਾਇਦ ਇਹ ਮਹਿਸੂਸ ਮੈਂ ਕੀਤਾ, ਔਰ ਉਹੀ ਬੱਚੀਆਂ, ਮੇਰੀ ਜਿਹੜੀ ਫੀਲਿੰਗ ਹੈ ਉਹਨਾਂ ਦੇ ਦਿਲ ਤੱਕ ਜਾਂਦੀ ਹੈ, ਔਰ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਪਿਆਰ। ਮੇਰੀਆਂ ਬੱਚੀਆਂ ਲੰਬੀਆਂ ਉਮਰ ਹੋਣ ਜਿਹੜੀਆਂ ਮੇਰੇ ਤੋਂ ਛੋਟੀਆਂ ਨੇ, ਔਰ ਮੇਰੀਆਂ ਮਾਵਾਂ ਦਾ ਵੀ ਧੰਨਵਾਦ, ਮੇਰੀਆਂ ਭੈਣਾਂ ਦਾ ਧੰਨਵਾਦ ਕਿ ਇਹ ਜਿਹੜਾ ਸਫ਼ਰ ਹੈ 25-30 ਸਾਲ ਤੋਂ ਮੈਂ ਤੁਹਾਡੇ 'ਚ ਘੁੰਮ ਰਹੀ ਹਾਂ। ਸੋ ਮੈਨੂੰ ਬਹੁਤ ਹੀ ਅੱਛਾ ਫੀਲ ਹੁੰਦਾ ਹੈ। ਬਿਲਕੁਲ ਬਿਲਕੁਲ। ਆਮ ਤੌਰ ਤੇ ਨਾ ਕਾਲਜ ਟਾਈਮ ਦੇ ਵਿੱਚ ਜਾਂਦੇ ਆ, ਹਾਂਜੀ, ਹੁੰਦੇ ਆਪਸ਼ਨ, ਕਿਸੇ ਨੂੰ ਹੁੰਦਾ ਕਿ ਉਹ ਪੜ੍ਹੇ, ਕਿਸੇ ਨੂੰ ਹੁੰਦਾ ਉਹ ਖੇਡੇ, ਕਿਸੇ ਨੂੰ ਹੁੰਦਾ ਉਹ ਨੱਚੇ ਗਾਵੇ, ਪਰ ਇੰਨੇ ਸੋਹਣੇ ਬਿੱਟੀ ਜੀ ਗਿੱਧਿਆਂ ਦੀ ਰਾਣੀ ਲੱਗਦੇ ਆ ਜੋ ਹੈ, ਔਰ ਘੱਗਰਾ ਜਦੋਂ ਘੁਮਾਉਂਦੇ ਆ ਤਾਂ ਕਿੰਨਿਆਂ ਦੇ ਦਿਲ ਘੁੰਮ ਜਾਂਦੇ ਆ। ਸੋ ਇਹ ਬਿੱਟੀ ਗਿੱਧੇ 'ਚ ਜਾਣ ਦੀ ਜਗ੍ਹਾ ਹਾਕੀ ਇੱਕਦਮ ਫੜ ਲੈਂਦੇ ਆ, ਮਤਲਬ ਨੈਸ਼ਨਲ ਪਲੇਅਰ, ਮੈਡਲਿਸਟ। ਇਦਾਂ ਨਹੀਂ ਕਦੇ ਹੋ ਲੱਗਾ ਤੁਹਾਨੂੰ ਕਿ ਯਾਰ ਜੇ ਮੈਂ ਕਾਲਜ ਟਾਈਮ ਗਿੱਧੇ ਭੰਗੜੇ ਪਾਏ ਹੁੰਦੇ ਮੈਂ ਤਾਂ ਹੋਰ ਇਸ ਫੀਲਡ ਦੇ ਵਿੱਚ ਆ ਜਾਂਦੀ? ਨਹੀਂ, ਐਕਚੁਅਲੀ ਜੀ ਜ਼ਿੰਦਗੀ ਆਪਣੇ ਆਪ ਚੱਲਦੀ ਹੈ। ਜ਼ਿੰਦਗੀ 'ਚ ਤੁਸੀਂ ਸੋਚ ਨਹੀਂ ਸਕਦੇ ਕਿ ਕੱਲ੍ਹ ਨੂੰ ਕਿਸ ਤਰ੍ਹਾਂ ਦਾ ਇਨਸਾਨ ਤੁਹਾਡੀ ਲਾਈਫ 'ਚ ਆ ਰਿਹਾ ਹੈ। ਕੋਈ ਟੀਚਰ ਬਣ ਕੇ ਆ ਰਿਹਾ ਹੈ ਨਾ। ਜਦੋਂ ਮੈਂ ਸਟੂਡੈਂਟ ਸੀ ਤਾਂ ਮੈਨੂੰ ਇੰਨੇ ਅੱਛੇ ਟੀਚਰਸ ਮਿਲੇ। ਸਾਡੇ ਜਿਹੜੇ ਮੇਰੇ ਹਾਕੀ 'ਚ ਮੇਰੇ ਗੁਰੂ ਨੇ ਸਰਦਾਰ ਜਸਵਿੰਦਰ ਸਿੰਘ ਭੰਗੂ ਜੀ, ਮੇਰੇ ਵੱਡੇ ਭਰਾ ਨੇ, ਉਹਨਾਂ ਦਾ ਸਾਥ ਸਾਨੂੰ ਮਿਲਿਆ। ਇੰਨੀ ਮਿਹਨਤ ਉਹਨਾਂ ਨੇ ਸਾਨੂੰ ਕਰਾਈ ਕਿ ਅਸੀਂ ਵਿੰਗ 'ਚ ਐਡਮਿਸ਼ਨ ਹੋ ਗਈ ਸਾਡੀ ਚੰਡੀਗੜ੍ਹ, ਔਰ ਉਹਨਾਂ ਟਾਈਮਾਂ 'ਚ ਜਦੋਂ ਇੰਨਾ ਖਰਚਾ ਹੁੰਦਾ ਸੀ ਬਾਹਰ ਪੜ੍ਹਨ ਦਾ, ਸਾਨੂੰ ਮਦਦ ਮਿਲਦੀ ਸੀ ਗਵਰਨਮੈਂਟ ਤੋਂ। ਸੋ ਮੈਂ ਇਹ ਸਮਝਦੀ ਹਾਂ ਕਿ ਆਪਾਂ ਨੂੰ ਜ਼ਿੰਦਗੀ 'ਚ ਕਈ ਵਾਰੀ ਇੰਨੇ ਅੱਛੇ ਰਿਸ਼ਤੇ ਮਿਲ ਜਾਂਦੇ ਆ ਜਿਹੜੇ ਤੁਹਾਨੂੰ ਉੱਧਰ ਲੈ ਜਾਂਦੇ ਆ, ਜਿਹੜੇ ਕਿ ਉਹ ਜ਼ਿੰਦਗੀ ਮਤਲਬ ਪਰਮਾਤਮਾ ਹੀ ਚਲਾ ਰਹੇ ਹੁੰਦੇ ਆ, ਬੰਦੇ ਦੇ ਹੱਥ ਮੈਂ ਨਹੀਂ ਸਮਝਦੀ ਕੁਛ ਹੁੰਦਾ ਹੈ। ਆਪਾਂ ਸਿਰਫ ਤੁਰਨਾ ਹੁੰਦਾ ਹੈ, ਔਰ ਡਿਵੋਸ਼ਨ ਜਿਹੜੀ ਕਿ ਆਪਣੀ 100% ਹੋਣੀ ਚਾਹੀਦੀ ਹੈ ਕਿ ਜੋ ਸਾਨੂੰ ਰਸਤਾ ਮਿਲ ਰਿਹਾ ਹੈ ਮੇਰੇ ਵੱਲੋਂ ਕਮੀ ਨਾ ਰਹੇ। ਮੈਂ ਤਾਂ ਇਹੀ ਕੋਸ਼ਿਸ਼ ਕੀਤੀ ਹੈ। ਇਹੀ ਸੋਚਦੀ ਹੁੰਦੀ ਆ ਕਿ ਘਰੇ ਸੰਗੀਤ ਦਾ ਮਾਹੌਲ, ਬਾਅਦ ਵਿੱਚ ਵੀ ਸੰਗੀਤ ਦੀ ਦੁਨੀਆ, ਤੇ ਗੱਭੇ 'ਚ ਹਾਕੀ ਆਈ ਕਿੱਦਾਂ? ਨਹੀਂ, ਹਾਕੀ ਤਾਂ ਐਕਚੁਅਲੀ ਬਹੁਤ ਛੋਟੇ ਹੁੰਦੇ ਆ ਸਕੂਲ 'ਚੋਂ ਹੀ, ਜਿਵੇਂ ਟੀਚਰਸ ਲੱਭ ਲੈਂਦੇ ਆ ਕਿ ਇਹ ਬੱਚੇ ਦੀ ਹਾਈਟ ਅੱਛੀ ਹੈ ਤੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਅੱਜ ਵੀ ਸਕੂਲਾਂ 'ਚ ਮੈਂ ਆਪਣੇ ਇਲਾਕੇ 'ਚ, ਸਾਡੇ ਸਾਨੇਵਾਲ ਕੋਲ ਸਾਡਾ ਪਿੰਡ ਹੈ ਜੀ, ਮੈਂ ਜਿਵੇਂ ਥੋੜਾ ਬਹੁਤਾ ਕੰਮ ਕਰਦੀ ਸੀ, ਹਾਕੀ ਦਾ ਮੈਨੂੰ ਇੰਨਾ ਸ਼ੌਕ ਸੀ ਜੀ। ਉੱਥੇ ਇੱਕ ਸਾਡਾ ਪਿੰਡ ਹੈਗਾ ਮੁੰਡੀਆਂ ਕਲਾਂ, ਉਹਦਾ ਸਕੂਲ ਹੈ ਹੀ, ਉੱਥੇ ਬਹੁਤ ਅੱਛੀਆਂ ਬੱਚੀਆਂ ਸੀ ਤੇ ਉੱਥੇ ਕੁਦਰਤੀ ਜਿਹੜੇ ਕੋਚ ਸੀਗੇ, ਮੈਂ ਕਿਹਾ ਵੀਰ ਜੀ ਤੁਹਾਡੀ ਕਿਹੜੀ ਗੇਮ ਹੈ? ਉਹ ਨਾ ਕਿਤੇ ਗੱਲ ਹੋ ਗਈ, ਕਹਿੰਦੇ ਮੈਂ ਹਾਕੀ। ਮੈਂ ਕਿਹਾ ਅੱਛਾ, ਮੈਂ ਖੁਸ਼ ਹੋ ਗਈ। ਤੇ ਫਿਰ ਅਸੀਂ ਉੱਥੋਂ 20-25 ਕੁੜੀਆਂ ਉਦੋਂ ਸ਼ੁਰੂਆਤ ਕਰਾਈ ਜੀ ਹਾਕੀ ਦੀ। ਅੱਜ ਉੱਥੇ 100 ਦੇ ਕਰੀਬ ਕੁੜੀਆਂ ਹਾਕੀ ਖੇਡ ਰਹੀਆਂ ਨੇ। ਬਹੁਤ ਖੂਬ। ਸੋ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ, ਕਿਉਂਕਿ ਕਈ ਬੱਚਿਆਂ 'ਚ ਇੰਨਾ ਟੈਲੈਂਟ ਹੈ ਜਾ ਕੇ ਸਕੂਲਾਂ 'ਚ, ਤੇ ਜੇ ਉਹਨਾਂ ਨੂੰ ਉਹੀ ਮੌਕੇ ਮਿਲ ਜਾਣ ਤਾਂ ਪਤਾ ਨਹੀਂ ਬੱਚੇ ਕੀ ਕੀ ਦੁਨੀਆ 'ਚ ਕਰ ਜਾਣ। ਕਿਉਂਕਿ ਪੰਜਾਬੀਅਤ, ਪੰਜਾਬ ਦੀ ਧਰਤੀ, ਪੰਜਾਬ ਦੀ ਮਿੱਟੀ ਬਹੁਤ ਜੋਸ਼ੀਲੀ ਹੈ, ਬੜਾ ਇਹਦੇ 'ਚ ਪੋਟੈਂਸ਼ੀਅਲ ਹੈ ਜੋ ਸਾਡੇ ਅੰਦਰ ਹੁੰਦਾ ਹੈ ਜੀ। ਹੋਰ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ ਮੇਰੇ ਕੋਲ, ਪਰ ਮੈਂ ਚਾਹੁੰਦੀ ਹਾਂ ਕਿ ਹੁਣ ਆਪਾਂ ਇੱਕ ਗੀਤ ਸੁਣੀਏ ਤੁਹਾਡੇ ਕੋਲੋਂ। ਅੱਛਾ, ਮੇਰੇ ਤੋਂ ਹੀ ਸੁਣਨਾ? ਤੁਹਾਡੇ ਤੋਂ ਹੀ ਸੁਣਨਾ, ਕਿਉਂਕਿ ਮੈਂ ਸੁਣਾਇਆ ਤਾਂ ਦਰਸ਼ਕਾਂ ਨੇ ਟੀਵੀ ਬੰਦ ਕਰ ਤੁਹਾਡੇ ਮੂਹਰੇ ਹੀ ਬੈਠਣਾ ਉਹਨਾਂ ਨੇ ਗਾਣੇ ਸੁਣਨ ਦੇ ਲਈ। ਜ਼ਰੂਰ ਗਾਣੇ, ਹਾਂਜੀ ਜ਼ਰੂਰ। ਮੈਂ ਤੁਹਾਨੂੰ ਇੱਕ ਮੈਂ ਗੱਭਰੂ ਸੌਂਗ ਬਣਾਇਆ ਸੀਗਾ ਜੀ, ਤੇ ਉਹ ਸੀਗਾ
ਮੇਰੇ ਪਿੰਡ ਦਾ ਸ਼ਕੀਨ ਗੱਭਰੂ, ਪਿੰਡ ਦਾ ਸ਼ਕੀਨ ਗੱਭਰੂ, ਮੇਰੇ ਪਿੰਡ ਦਾ ਸ਼ਕੀਨ ਗੱਭਰੂ, ਪਿੰਡ ਦਾ ਸ਼ਕੀਨ ਗੱਭਰੂ, ਜੁੱਤੀ ਲੈਂਦਾ ਮੁਕਤਸਰ ਤੋਂ, ਜੁੱਤੀ ਲੈਂਦਾ ਮੁਕਤਸਰ ਤੋਂ, ਹੋ ਲੈਂਦਾ ਚੰਡੀਗੜ੍ਹੋਂ ਜੀਨ ਗੱਭਰੂ, ਪਿੰਡ ਦਾ ਸ਼ਕੀਨ ਗੱਭਰੂ। ਇਹਦੇ 'ਚ ਇੱਕ ਦੇਖੋ ਕਿੰਨੀ ਅੱਛੀ ਗੱਲ ਲਿਖੀ ਹੈ, ਮੰਨਿਆ ਉਹ ਰੱਜ ਕੇ ਸ਼ਕੀਨੀ ਲਾ ਕੇ ਰੱਖਦਾ, ਪਿੰਡ ਦੀ ਕੁੜੀ ਦੇ ਵੱਲ ਅੱਖ ਨਹੀਂ ਉਹ ਚੱਕਦਾ। ਵਾਹ, ਕੁੜੀ ਪਟਿਆਲੇ ਸ਼ਹਿਰ ਦੀ, ਜਿੱਦ ਪਿਆਰ ਵਿੱਚ ਲੀਨ ਗੱਭਰੂ, ਪਿੰਡ ਦਾ ਸ਼ਕੀਨ ਗੱਭਰੂ। ਸੋ ਮਕਸਦ ਕਹਿਣ ਦਾ ਕਿ ਜੋ ਸਾਡਾ ਕਲਚਰ ਹੈ ਨਾ, ਕਿ ਪਿੰਡ ਦੀ ਕੁੜੀ ਨੂੰ ਸਾਰੇ ਭੈਣ ਆਪਾਂ ਹੈ ਨਾ ਹੁੰਦਾ ਸੀਗਾ ਕਿ ਸਾਡੇ ਪਿੰਡ ਦੀ ਕੁੜੀ ਤਾਂ ਸਾਡੀ ਭੈਣ ਹੈ, ਚਾਹੇ ਵਿਦੇਸ਼ਾਂ 'ਚ ਅਸੀਂ ਗਏ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਮਤਲਬ ਜੇ ਹੋਣ ਤਾਂ ਹੋਰ ਅੱਛਾ ਲੱਗਦਾ ਜੀ। ਮੈਨੂੰ ਗੱਭਰੂ ਤੋਂ ਯਾਦ ਆਇਆ ਕਿ ਤੁਹਾਡੇ ਨਾਲ ਇੱਕ ਮੈਡਮ ਹੁੰਦੇ ਸੀਗੇ ਜਿਹੜੇ ਤੁਹਾਨੂੰ ਕਹਿੰਦੇ ਹੁੰਦੇ ਸੀਗੇ ਕਿ ਬੇਟੀ ਤੈਨੂੰ ਮੈਂ ਆਪਣੇ ਮੁੰਡੇ ਨਾਲ ਵਿਆਹ ਲੈਣਾ। ਤੁਸੀਂ ਮੇਰੀ ਸਾਰੀ ਮਤਲਬ ਹਿਸਟਰੀ ਪੜ੍ਹ ਲਈ ਹੈ ਨਾ, ਤੇ ਫਿਰ ਉਹਨਾਂ ਦੇ ਮੁੰਡੇ ਨਾਲ ਤੁਹਾਡਾ ਵਿਆਹ ਕਿਉਂ ਨਹੀਂ ਹੋਇਆ? ਇਹ ਤਾਂ ਹਾਲਾਤ ਹੁੰਦੇ ਆ ਕਈ ਵਾਰੀ। ਮੈਂ ਧੰਨਵਾਦ ਕਰਦੀ ਹਾਂ, ਬਹੁਤ ਲੋਕ ਹੁੰਦੇ ਆ ਜਿਹੜੇ ਤੁਹਾਨੂੰ ਪਿਆਰ ਕਰਦੇ। ਬਿਲਕੁਲ, ਇਹ ਸਿਰਫ ਇੱਕ ਪਿਆਰ ਦਾ ਹੀ ਇੱਕ ਅੰਦਾਜ਼ ਹੈ ਕਿ ਕੋਈ ਬੰਦਾ ਕਹਿੰਦਾ ਮੈਂ ਇਸ ਬੰਦੇ ਨੂੰ ਹਮੇਸ਼ਾ ਲਈ ਆਪਣੇ ਕੋਲ ਲੈ ਲਾਂ, ਤੇ ਉਹ ਸਾਡੇ ਬਹੁਤ ਹੀ ਪਿਆਰੇ, ਮੈਂ ਉਹਨਾਂ ਨੇ ਸਾਨੂੰ ਕੱਢਿਆ ਸੀ ਪਹਿਲੀ ਵਾਰ ਸਪੋਰਟਸ 'ਚ ਭੇਜਿਆ ਸੀਗਾ, ਮੈਮ ਰਜਿੰਦਰ ਕੌਰ ਜੀ। ਤੇ ਸ਼ਾਇਦ ਉਹਨਾਂ ਨੂੰ ਏਦਾਂ ਅੱਛੇ ਲੱਗਦੇ। ਅੱਜ ਵੀ ਕੋਈ ਬੱਚਾ ਅੱਛਾ ਲੱਗਦਾ ਆਪਾਂ ਕਹਿ ਦਿੰਦੇ ਹਾਂ ਕਿ ਹਾਂ ਇਹਦੇ ਵਰਗਾ ਹੋਣਾ ਚਾਹੀਦਾ। ਤੇ ਫਿਰ ਜਿਹੜੇ ਸੱਚੀ ਦੇ ਹੋਏ ਆ ਉਹ ਕਿੱਦਾਂ ਆਏ ਜ਼ਿੰਦਗੀ ਦੇ ਵਿੱਚ? ਕਿਉਂਕਿ ਹੈ ਨਾ ਤੁਹਾਨੂੰ ਇਹ ਹੁੰਦਾ ਸੀ, ਜਿੰਨਾ ਕਿ ਤੁਸੀਂ ਕਹਿੰਦਾ ਹਿਸਟਰੀ ਕੱਢੀ ਹੋਈ ਆ ਤੁਹਾਡੀ ਹਿਸਟਰੀ 'ਚ, ਮੈਂ ਸੁਣਿਆ ਆ ਕਿ ਤੁਹਾਨੂੰ ਇਹ ਹੁੰਦਾ ਸੀ ਹੇ ਸੱਚੇ ਪਾਤਸ਼ਾਹ ਮੁੰਡਾ ਇੱਦਾਂ ਦਾ ਨਹੀਂ, ਕਿਉਂਕਿ ਮੇਰੇ ਡੈਡੀ ਨੇ ਮੈਨੂੰ ਬਹੁਤ ਆਜ਼ਾਦ ਜ਼ਿੰਦਗੀ ਦਿੱਤੀ ਆ। ਹਾਂਜੀ, ਇਹੀ ਜਦੋਂ ਆਪਾਂ ਪਰਮਾਤਮਾ ਨੂੰ ਮੰਨਦੇ ਆ ਨਾ, ਮੈਂ ਸਾਰੀਆਂ ਬੱਚੀਆਂ ਨੂੰ, ਸਾਰੀਆਂ ਕੁੜੀਆਂ ਨੂੰ ਕਹਿਣਾ ਜਿਹੜੇ ਲੱਭ ਰਹੇ ਨੇ ਕਿ ਜਦੋਂ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਤਾਂ ਉਦੋਂ ਪਰਮਾਤਮਾ ਵੀ ਤੁਹਾਡੇ ਨਾਲ ਹੀ ਹੁੰਦੇ ਹੈ। ਬਾਕੀ ਇਹ ਗੱਲ ਹਕੀਕਤ ਹੈ, ਕਿਉਂਕਿ ਇਸ ਤਰ੍ਹਾਂ ਦਾ ਫਾਦਰ ਮਿਲਣਾ, ਉਹ 50 ਸਾਲ ਅੱਗੇ ਸੋਚਦੇ ਸੀ ਮੇਰੇ ਫਾਦਰ। ਉਦੋਂ ਮੈਂ ਹੀ ਸਕੂਟਰ ਚਲਾਉਂਦੀ ਸੀ ਪਟਿਆਲੇ 'ਚ, ਮੈਨੂੰ ਲੱਗਦਾ ਸੀਗਾ ਛੇਤੀ ਕਿਤੇ ਮਤਲਬ ਕੋਈ ਮੋਟਰਸਾਈਕਲ ਸਕੂਟਰ ਚਲਾਉਣੇ ਹੈ ਨਾ ਜੀ। ਹਾਕੀ ਲੈ ਕੇ ਸਵੇਰੇ ਵੀ ਤੁਸੀਂ ਪ੍ਰੈਕਟਿਸ ਕਰਨਾ, ਸ਼ਾਮ ਨੂੰ ਵੀ ਕਰਨਾ, ਫਿਰ ਨੌਨ ਮੈਡੀਕਲ ਵੀ ਕਰਨਾ। ਫਿਰ ਮੈਨੂੰ ਚੰਡੀਗੜ੍ਹ ਹੋਸਟਲ 'ਚ ਉਹਨਾਂ ਨੇ ਭੇਜਿਆ। ਸੋ ਮੈਂ ਇਹ ਸਮਝਦੀ ਹਾਂ ਕਿ ਫਿਰ ਜਦੋਂ ਮੇਰੀ ਇਸ ਤਰ੍ਹਾਂ ਦੀ ਲਾਈਫ ਹੋ ਗਈ ਕਿ ਮੈਨੂੰ ਉਦੋਂ ਲੱਗਦਾ ਸੀ ਕਿ ਗਾਉਣ ਨੂੰ ਜਿਵੇਂ ਕੋਈ ਲੋਕ ਕਹਿੰਦੇ ਸੀ ਅੱਛਾ ਗਾਉਣਾ ਵੀ ਕੋਈ ਕੰਮ ਹੈ, ਔਰ ਉਹ ਵੀ ਖਾਸ ਤੌਰ ਤੇ ਕੁੜੀਆਂ ਦਾ, ਕਿ ਗਾਉਂਦੀ ਹੈ ਤੁਹਾਡੀ ਕੁੜੀ। ਕਈ ਐਸੇ ਪ੍ਰੋਫੈਸ਼ਨ ਨੇ ਜਿਹਦੇ 'ਚ ਲੱਗਦਾ ਹੁੰਦਾ ਵੀ ਕੁੜੀਆਂ ਲਈ, ਪਰ ਜਦੋਂ ਤੁਸੀਂ ਇੰਨੇ ਦਲੇਰ ਹੋ ਜਾਂਦੇ ਹੋ ਹੈ ਨਾ ਜੀ, ਫਿਰ ਤੁਸੀਂ ਆਪਣੀ ਟਰਮਸ ਤੇ ਆਪਣੇ ਹਿਸਾਬ ਨਾਲ ਆਪਣਾ ਜੀਵਨ ਚਲਾਉਣਾ। ਫਿਰ ਜਿਹੜਾ ਤੁਹਾਡਾ ਸਾਥੀ ਹੈ, ਜਿੰਨੇ ਦਲੇਰ ਤੁਸੀਂ ਹੋ ਗਏ ਉਸ ਤੋਂ ਦੁੱਗਣੀ ਦਲੇਰੀ ਤੁਹਾਡੇ ਸਾਥੀ 'ਚ ਚਾਹੀਦੀ ਹੁੰਦੀ ਹੈ, ਜਿਹੜਾ ਦੁਨੀਆ ਦੇ ਸਾਹਮਣੇ ਤੁਹਾਨੂੰ ਇੱਜ਼ਤ ਦੇਵੇ। ਸੋ ਪਰਮਾਤਮਾ ਦੀ ਕਿਰਪਾ ਨਾਲ ਉਹੀ ਇਹ ਚੀਜ਼ਾਂ ਕਰ ਸਕਦੇ ਆ, ਕਿਉਂਕਿ ਇਸੇ ਤਰ੍ਹਾਂ ਦਾ ਪਰਿਵਾਰ ਮੈਨੂੰ ਜੀਵਨ 'ਚ ਮਿਲਿਆ। ਡ੍ਰੀਮ ਮੈਨ ਮਿਲ ਗਿਆ ਤੁਹਾਨੂੰ। ਬਿਲਕੁਲ ਜੀ, ਪਰਮਾਤਮਾ ਦਾ ਮੈਂ ਕਿਵੇਂ ਧੰਨਵਾਦ ਕਰਾਂ, ਆਪਣੇ ਲੋਕਾਂ ਦਾ ਕਿਵੇਂ ਕਰਾਂ ਕਿ ਬਹੁਤ ਕਿਰਪਾ ਨਾਲ ਬਹੁਤ ਅੱਛਾ ਮੇਰਾ ਪਰਿਵਾਰ ਹੈ। ਸਾਡੇ ਨਾਨਾ ਜੀ ਇੱਧਰ ਫਰੀडम ਫਾਈਟਰ ਰਹੇ। ਅੱਛਾ ਜੀ। ਹਾਂਜੀ, ਪੂਰੇ ਇਲਾਕੇ 'ਚ ਲੋਕ ਉਹਨਾਂ ਨੂੰ ਜਾਣਦੇ ਨੇ। ਆਜ਼ਾਦ ਹਿੰਦ ਫੌਜ ਵਿੱਚ ਵਾਹ, ਉਹਨਾਂ ਨੇ ਦੇਸ਼ ਲਈ ਆਜ਼ਾਦੀ ਦੀ ਲੜਾਈ ਲੜੀ। ਅੱਜ ਵੀ ਲੁਧਿਆਣਾ ਦੀ DC ਆਫਿਸ ਵਿੱਚ ਉਹਨਾਂ ਦੀ ਫੋਟੋ ਲੱਗੀ ਹੈ। ਵਾਹ, ਠੀਕ ਹੈ ਜੀ। ਤੇ ਇਸ ਤਰ੍ਹਾਂ ਦੀ ਮਤਲਬ ਮੇਰੀ ਫੈਮਿਲੀ, ਸਾਡੇ ਮਾਮਾ ਜੀ, ਸਾਡੇ ਦਾਦਾ ਜੀ, ਔਰ ਸਾਰਾ ਮਤਲਬ ਮੇਰੇ ਸਹੁਰਾ ਸਾਹਿਬ ਸੀਗੇ, ਪੂਰਾ ਇਲਾਕੇ 'ਚ ਉਹਨਾਂ ਨੂੰ ਲੋਕ ਪਿਆਰ ਕਰਦੇ ਨੇ। ਔਰ ਕਹਿੰਦੇ ਸੀਗੇ ਕਿ ਬਈ ਜੋ ਕੋਈ ਮਦਦ ਦੀ ਲੋੜ ਹੈ, ਮਤਲਬ ਲੋਕ ਆਉਂਦੇ ਸੀ, ਉਹਨਾਂ ਨੂੰ ਉਮੀਦ ਹੁੰਦੀ ਸੀ ਕਿ ਇਸ ਪਰਿਵਾਰ ਤੋਂ ਮਦਦ ਮਿਲੂਗੀ। ਸੋ ਉਸ ਪਰਿਵਾਰ 'ਚ ਮੇਰਾ ਜਾਣਾ, ਤੇ ਫਿਰ ਮੈਂ ਆਪਣੇ ਲੈਵਲ 'ਤੇ ਜਿੰਨੇ ਕੁ ਜੋ ਪਰਮਾਤਮਾ ਨੇ ਮੈਨੂੰ ਰੱਖਣਾ ਉਸ ਤਰ੍ਹਾਂ ਦਾ ਮੇਰਾ ਦਾਇਰਾ ਬਣਨਾ। ਚਾਹੇ ਕੋਈ ਵੀ ਬੰਦਾ ਮਤਲਬ ਸਾਡੇ ਇਲਾਕੇ ਦਾ ਜਾਂ ਦੁਨੀਆ ਤੋਂ ਕੋਈ ਆਉਂਦਾ ਸਾਡੇ ਘਰੇ, ਉਹਨੂੰ ਪਿਆਰ ਦੇ ਪਾਉਣਾ। ਸੋ ਇਹ ਕੁਦਰਤ ਦੀ ਕਿਰਪਾ ਨਾਲ ਹੀ ਪਰਿਵਾਰ ਮਿਲਿਆ। ਸੋ ਮੈਂ ਪਰਮਾਤਮਾ ਦਾ ਧੰਨਵਾਦ ਕਰਦੀ ਹਾਂ, ਔਰ ਪਰਿਵਾਰ ਦਾ ਵੀ ਸਾਰੇ ਆਪਣੇ ਮਤਲਬ ਜਿੰਨੇ ਵੀ ਹੈਗੇ ਹੋ ਇਸ ਪਲੇਟਫਾਰਮ ਤੋਂ ਉਹਨਾਂ ਨੂੰ ਵੀ ਧੰਨਵਾਦ ਕਰਦੀ ਹਾਂ। ਏਦਾਂ ਨਹੀਂ ਹੋਇਆ ਸੀਗਾ ਕਿ ਤੁਹਾਡੇ ਫਾਦਰ ਸਾਹਿਬ ਤੁਹਾਨੂੰ ਕਰਾ ਰਹੇ ਆ ਸਿੰਗਿੰਗ ਦੀ ਪ੍ਰੈਕਟਿਸ ਲੈ ਕੇ ਜਾ ਰਿਹਾ, ਤੇ ਉਧਰੋਂ ਮੰਮੀ ਨੂੰ ਗੁੱਸਾ ਚੜਿਆ ਹੋਵੇ, ਇਹ ਕੀ ਕਰਾਈ ਜਾਂਦੇ ਹੋ? ਬੜੀ ਵਾਰ ਮੰਮੀ ਨੇ ਕਹਿਣਾ ਤੁਸੀਂ ਕੁੜੀ ਨੂੰ ਆ ਗੀਤੀ ਗਵਾਈ ਜਾਂਦੇ ਹੋ, ਇਹਨੂੰ ਰੋਟੀ ਵੀ ਸਿੱਖ ਲੈਣ ਦਿਓ ਬਣਾਉਣੀ। ਤੇ ਉਹਨਾਂ ਨੇ ਕਹਿਣਾ ਵੀ ਆ ਜਾ ਪਿੱਠੂ ਆ ਕੰਮ ਕਰਨਾ ਹੈ ਜਾਂ ਕੁਛ ਹਾਕ ਮਾਰਨੀ।
ਤਾਂ ਡੈਡੀ ਦਾ ਨਾਲ ਹੀ ਆ ਜਾਂਦਾ ਸੀ, ਨਹੀਂ ਨਹੀਂ ਇਹਨੂੰ ਪ੍ਰੈਕਟਿਸ ਕਰਨ ਦਿਓ, ਤੁਸੀਂ ਆਪਣਾ ਕੰਮ ਕਰੋ। ਮਤਲਬ ਫਾਦਰ ਦਾ ਬਹੁਤ ਅਸਰ ਹੁੰਦਾ ਬੇਟੀ 'ਤੇ। ਤੇ ਮੰਮੀ ਨੂੰ ਗੁੱਸਾ ਨਹੀਂ ਚੜਦਾ ਸੀ? ਮੈਂ ਉਹੀ ਕਹਿੰਦੀ ਹਾਂ ਜੀ, ਜਿਹੜੇ ਸਾਡੇ ਪੇਰੈਂਟਸ ਸੀ, ਬਹੁਤ ਮਾਵਾਂ ਮੈਂ ਐਵੇਂ ਦੀਆਂ ਦੇਖੀਆਂ ਨੇ। ਸਪੈਸ਼ਲੀ ਮੈਂ ਆਪਣੀ ਜੇ ਮਦਰ ਦੀ ਗੱਲ ਕਰਾਂ, ਵੀ ਮੈਂ ਉਹਨਾਂ ਵਰਗਾ ਇੰਨਾ ਸ਼ਾਂਤ ਸੁਭਾਅ, ਇੱਕ ਰੱਬੀ ਰੂਹ। ਮਤਲਬ ਮੈਂ ਕਦੇ ਉਹਨਾਂ ਦੇ ਚਿਹਰੇ 'ਤੇ ਮੈਂ ਕਦੇ ਕਿਸੇ ਨਾਲ ਉਹਨਾਂ ਨੂੰ ਨਾ ਨਾਰਾਜ਼ ਹੁੰਦੇ ਦੇਖਿਆ ਅਤੇ ਨਾ ਹੀ ਕੋਈ ਮਤਲਬ ਕਿਸੇ ਨੂੰ ਜਵਾਬ ਦਿੰਦਿਆਂ ਦੇਖਿਆ। ਅੱਛਾ ਜੀ। ਕਿ ਅੱਜ ਮੈਂ ਜਿਵੇਂ ਅੱਜ ਫਿਰ ਵੀ ਅਸੀਂ ਕੁੜੀਆਂ ਕਿਤੇ ਨਾ ਕਿਤੇ ਗੱਲ ਕਰਨ ਲੱਗ ਜਾਂਦੇ ਕਿ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਪਰ ਜੋ ਮਦਰ ਦਾ ਰੂਪ ਰਿਹਾ ਅਤੇ ਪਰਮਾਤਮਾ ਹਰ ਇੱਕ ਨੂੰ ਐਸੀ ਮਾਂ ਬਖਸ਼ੀ, ਇੰਨੀ ਸਬਰ ਵਾਲੀ, ਕਿ ਉਸਨੇ ਇਹ ਜੋ ਮੈਨੂੰ ਲੱਗਦਾ ਕਿ ਮੈਂ ਵੀ ਬੜੀ ਹਲੀਮੀ ਨਾਲ ਆਪਣਾ ਜੀਵਨ, ਇਹ 'ਚ ਮੇਰੀ ਮਾਂ ਦਾ ਬਹੁਤ ਵੱਡਾ ਯੋਗਦਾਨ ਹੈ। ਤੇ ਜਿਹੜਾ ਗੁੱਸਾ ਵੀ ਹੈ, ਜੋਸ਼ ਹੈ, ਇਹ ਪਿਤਾ ਵੱਲੋਂ। ਤੇ ਬਿੱਟੀ ਹੋਣੀ ਆਪਣੇ ਬੱਚੇ ਨਾਲ ਕਿੱਦਾਂ ਦੇ ਆ? ਉਹ ਮਾਂ ਵਾਂਗ ਬੱਚੇ ਨਾਲ ਬਿਹੇਵੀਅਰ ਕਰਦੇ ਆ, ਆਪਣੇ ਪਿਤਾ ਵਾਂਗ ਬੱਚੇ ਨਾਲ ਕਰਦੇ ਆ, ਜਾਂ ਫਿਰ ਜ਼ਿਆਦਾ ਬੱਚਾ ਹਾਕੀ ਤੋਂ ਡਰਦਾ? ਜ਼ਿਆਦਾ ਪਿਤਾ ਵਾਂਗੂ ਹੀ ਆ, ਕਿਉਂਕਿ ਕਈ ਚੀਜ਼ਾਂ ਜਦੋਂ ਮੈਂ ਛੋਟੀ ਸੀ, ਮੈਨੂੰ ਲੱਗਦਾ ਜੇ ਅਸੀਂ ਨਹੀਂ ਵੀ ਕੁਛ ਕਰਨਾ ਚਾਹੁੰਦੇ ਸੀ ਐਜ਼ ਅ ਮਤਲਬ ਚਾਈਲਡ, ਨਹੀਂ ਪਤਾ ਸੀ, ਤਾਂ ਫਾਦਰ ਸਾਹਿਬ ਕਰਦੇ ਸੀ, ਨਹੀਂ ਤੁਹਾਨੂੰ ਕਰਨਾ ਚਾਹੀਦਾ, ਕਰਨਾ ਪੈਣਾ। ਫਾਦਰ ਸਾਹਿਬ ਦਾ ਬੜਾ ਰੋਪ ਸੀਗਾ। ਮਤਲਬ ਉਹ ਕੰਮ ਕਦੇ ਵੀ ਨਹੀਂ ਹੋਇਆ ਜਿਹੜਾ ਕਿ ਫਾਦਰ ਸਾਹਿਬ ਨੂੰ ਚੰਗਾ ਨਹੀਂ ਸੀ ਲੱਗਦਾ। ਅੱਜ ਵੀ 20 ਸਾਲ ਹੋ ਗਿਆ ਉਹਨਾਂ ਨੂੰ ਇਸ ਦੁਨੀਆ ਤੋਂ ਗਏ, ਪਰ ਅੱਜ ਵੀ ਮੈਂ ਸਮਝਦੀ ਹਾਂ ਕਿ ਉਹਨਾਂ ਦੇ ਦਿੱਤੇ ਅਸੂਲ ਜਾਂ ਉਹਨਾਂ ਦੇ ਦਿੱਤੇ ਜਿਹੜੇ ਸੁਝਾਅ ਸੀਗੇ ਉਹੀ ਚੱਲ ਰਹੇ ਨੇ ਨਾਲ। ਇੰਨਾ ਪ੍ਰਭਾਵ ਸੀ। ਸੋ ਮੈਂ ਵੀ ਚਾਹੁੰਦੀ ਹਾਂ ਕਿ ਮੇਰੇ ਬੱਚੇ 'ਤੇ ਉਸੇ ਤਰ੍ਹਾਂ ਦਾ ਮੇਰਾ ਪਿਆਰ ਵੀ ਹੋਵੇ, ਮੇਰਾ ਡਰ ਇਨ ਦਾ ਸੈਂਸ ਕਿ ਜੋ ਕੰਮ ਜ਼ਰੂਰੀ ਹੈ ਬੱਚੇ ਨੂੰ ਨਹੀਂ ਪਤਾ ਕਿ ਅੱਜ ਟਾਈਮ ਦੀ ਜਿਹੜੀ ਇੰਪੋਰਟੈਂਸ ਹੈ ਉਹ ਕੀ ਹੈ। ਸੋ ਮੈਂ ਧੱਕਾ ਵੀ ਕਰਦੀ ਹਾਂ ਕਿ ਨਹੀਂ, ਇਹ ਟਾਈਮ ਤੇਰਾ ਖੇਡਣ ਦਾ, ਤੂੰ ਖੇਡਣਾ ਹੀ ਖੇਡਣਾ। ਅੱਛਾ ਜੀ। ਤੇ ਇਹ ਟਾਈਮ ਤੇਰਾ ਪੜ੍ਹਨਾ ਹੈ ਤਾਂ ਪੜ੍ਹਨਾ ਹੀ ਪੜ੍ਹਨਾ। ਤੇ ਥੋੜ੍ਹਾ ਬਹੁਤ ਉਹ ਲਈ ਛੋਟਾ ਬਹੁਤ ਹੈ। ਤੇ ਮਿਊਜ਼ਿਕ 'ਚ ਮੈਂ ਚਾਹੁੰਦੀ ਹਾਂ ਕਿ ਕਿਉਂਕਿ ਮਿਊਜ਼ਿਕ ਜ਼ਰੂਰੀ ਨਹੀਂ ਹੁੰਦਾ ਤੁਸੀਂ ਕਿਸੇ ਵੀ ਤਰ੍ਹਾਂ, ਮਿਊਜ਼ਿਕ 'ਚ ਬਹੁਤ ਸਕੂਨ ਹੈ। ਤੁਹਾਡਾ ਇੱਕ ਫੋਕਸ ਕਰਨਾ ਤੁਹਾਨੂੰ ਆਉਂਦਾ, ਚਾਹੇ ਤੁਸੀਂ ਸੁਣ ਲਓ, ਚਾਹੇ ਤੁਸੀਂ ਕੁਛ ਵਜਾ ਲਓ, ਚਾਹੇ ਤੁਸੀਂ ਗਾ ਲਓ, ਹੈ ਨਾ ਜੀ। ਇਹ ਤੁਹਾਨੂੰ ਜ਼ਿੰਦਗੀ ਨੂੰ ਫੋਕਸ ਕਰਨਾ ਸਿਖਾਉਂਦਾ ਹੈ। ਮੈਂ ਸਾਰਿਆਂ ਨੂੰ, ਅੱਜ ਤਾਂ ਬੜੀ ਲੋਕ ਅਵੇਅਰ ਹੋ ਚੁੱਕੇ ਆ। ਬਿਲਕੁਲ। ਮੈਂ ਨਾ ਸੁਣਨ ਤੇ ਵਜਾਉਣ ਤੋਂ ਮੈਨੂੰ ਗੱਲ ਯਾਦ ਆ ਰਹੀ ਆ, ਨਵੇਂ ਸਾਲ ਦਾ ਜਦੋਂ ਪ੍ਰੋਗਰਾਮ ਹੁੰਦਾ ਸੀ ਨਾ, ਸੁਣਨਾ, ਕਹਿਣਾ ਕਿ ਕੁਝ ਨਾ ਚੁਣਿੰਦਾ ਗਾਇਕ ਹੁੰਦੇ ਸੀ ਜਿਨ੍ਹਾਂ ਦਾ ਨਾਮ ਦੂਰਦਰਸ਼ਨ ਦੇ ਨਵੇਂ ਸਾਲ ਦੇ ਪ੍ਰੋਗਰਾਮ ਦੇ ਵਿੱਚ ਹੁੰਦਾ ਹੀ ਸੀ। ਦਰਸ਼ਕ ਉਹਨਾਂ ਨੂੰ ਉਡੀਕਦੇ ਹੁੰਦੇ ਸੀ, ਐਤਕੀ ਉਹ ਹੈਗੇ ਆ, ਉਹਨਾਂ 'ਚੋਂ ਇੱਕ ਤੁਹਾਡਾ ਨਾਮ ਸੀਗਾ। ਸੋ ਉਹਨਾਂ ਦਿਨਾਂ ਦੇ ਵਿੱਚ ਦੁਨੀਆ ਇੱਦਾਂ ਦੀ ਉਹ ਸੀਗੀ ਕਿ ਦੂਰਦਰਸ਼ਨ ਤੇ ਪਹੁੰਚਣਾ ਹਰ ਕਿਸੇ ਦਾ ਸੁਪਨਾ ਹੁੰਦਾ ਸੀ ਕਿ ਉਹ ਦੂਰਦਰਸ਼ਨ। ਹੁਣ ਵੀ ਲੋਕ ਕਹਿੰਦੇ ਆ ਕਿ ਜੇ ਤੁਸੀਂ ਲੀਜੈਂਡ ਬਣਨਾ ਤੇ ਦੂਰਦਰਸ਼ਨ ਤੁਹਾਡੀ ਐਂਟਰੀ ਜ਼ਰੂਰੀ ਆ ਹੋਣੀ। ਤੁਸੀਂ ਕਿੱਦਾਂ ਦੂਰਦਰਸ਼ਨ, ਤੁਹਾਡਾ ਕਿਵੇਂ ਸਬੱਬ ਬਣਿਆ ਆਉਣ ਦਾ? ਬਹੁਤ ਲੇਟ ਹੋਇਆ। ਮੈਂ ਕਾਫੀ ਸਾਲਾਂ ਤੋਂ ਗਾ ਰਹੀ ਸੀ ਤੇ ਮੈਨੂੰ ਵੀ ਐਂ ਲੱਗਦਾ ਸੀਗਾ ਕਿ ਮੈਂ ਤਾਂ ਬਹੁਤ ਅੱਛਾ ਪਰਫਾਰਮ ਕੀਤਾ ਉੱਥੇ। ਕਈ ਵਾਰੀ ਮੇਰੀ ਨਿਊਜ਼ ਵੀ ਨਾ ਲੱਗਣੀ। ਅੱਛਾ ਜੀ। ਤੇ ਫਿਰ ਹੌਲੀ ਹੌਲੀ ਉਹੀ ਗੱਲ ਹੈ ਕਿ ਤੁਸੀਂ ਚੱਲੀ ਜਾਓ ਆਪਣੇ ਰਸਤੇ ਤੇ ਮੈਂ ਰੌਣਕੀ ਰਾਮ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੂੰਗੀ ਅੱਜ ਇਸ ਮੰਚ ਤੋਂ। ਉਹਨਾਂ ਨੇ ਪਹਿਲੀ ਵਾਰ ਮੈਨੂੰ ਫੋਨ ਆਇਆ ਕਿ ਬਿੱਟੀ ਜੀ ਬੋਲ ਰਹੇ ਹੋ? ਮੈਂ ਕਿਹਾ ਹਾਂਜੀ। ਤੇ ਮੈਂ ਰੌਣਕੀ ਰਾਮ ਬੋਲ ਰਹੀ ਹਾਂ, ਕਹਿੰਦੇ ਦੂਰਦਰਸ਼ਨ ਤੋਂ ਜੀ। ਤੇ ਨਵੇਂ ਸਾਲ ਦਾ ਜੀ ਪ੍ਰੋਗਰਾਮ ਬਣ ਰਿਹਾ ਸੀਗਾ ਤੇ ਉਹ 'ਚ ਇੱਕ ਲਾਸਟ ਤੇ ਆਈਟਮ ਸੀ ਬੋਲੀਆਂ ਦੀ ਸਾਰੀ। ਕਾਫੀ ਆਰਟਿਸਟ ਸੀਗੇ ਉਹਦੇ 'ਚ। ਹੁੰਦਾ ਨਾ ਅਖੀਰ ਦੇ ਉੱਤੇ ਉਹ ਮਿਕਸ ਜਿਹਾ, ਹਾਂਜੀ, ਕਈ ਸਿੰਗਰਸ ਨੇ ਉਹਦੇ 'ਚ, ਕਈਆਂ ਨੇ ਗਾਇਆ ਸੀ। ਅੱਛਾ ਜੀ। ਤੇ ਉਹਦੇ 'ਚ ਇੱਕ ਬੋਲੀ ਮੈਂ ਵੀ ਗਾਈ ਸੀ ਵੀ ਮਾਲਵੇ ਤੋਂ ਆਈਆਂ ਨੇ ਸ਼ਕੀਨ ਨਾਰੀਆਂ। ਅੱਛਾ ਜੀ। ਤੇ ਉਹ ਮੇਰੀ ਪਹਿਲੀ ਦੂਰਦਰਸ਼ਨ ਦੀ ਇੱਕ ਐਂਟਰੀ ਸੀ ਤੇ ਉਹ ਇੰਨੀ ਜ਼ਿਆਦਾ ਅੱਛੀ ਰਹੀ ਕਿ ਉਸ ਤੋਂ ਬਾਅਦ ਹਰ ਸਾਲ ਦੂਰਦਰਸ਼ਨ ਨੇ ਨਿਊ ਈਅਰ 'ਤੇ ਮੈਨੂੰ ਗਵਾਇਆ। ਔਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਸਾਰੀਆਂ ਰੂਹਾਂ ਦਾ, ਉਹਨਾਂ ਸਾਰੇ ਲੋਕਾਂ ਦਾ ਜਿਹੜੇ ਇਸ ਦੂਰਦਰਸ਼ਨ ਦੀ ਟੀਮ ਦਾ ਹਿੱਸਾ ਰਹੇ ਔਰ ਜਿਨ੍ਹਾਂ ਨੇ ਮੇਰੇ ਵਰਗੇ ਅਨੇਕ ਆਰਟਿਸਟਾਂ ਨੂੰ ਚਾਂਸ ਦਿੱਤੇ ਔਰ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਅਦਾ ਕੀਤਾ। ਕਿਉਂਕਿ ਮਿਆਰੀ ਕੰਮ ਹੋਣਾ, ਬਿਲਕੁਲ, ਕੰਮ ਤਾਂ ਬਹੁਤ ਹੋ ਰਿਹਾ ਦੁਨੀਆ 'ਚ। ਅੱਜ ਵੀ ਮੈਂ ਦੇਖੋ ਚਾਈ ਆਈਆਂ, ਭੱਜੀ ਆਈਆਂ, ਕਿਉਂਕਿ ਮੈਨੂੰ ਚਾਅ ਹੁੰਦਾ ਦੂਰਦਰਸ਼ਨ ਆਉਣ ਦਾ। ਇੱਕ ਕਹਿੰਦੇ ਨੇ ਮਿਆਰ ਨਾਲ ਜੀਣਾ, ਅਣਖ ਨਾਲ ਜੀਣਾ, ਉਹ ਹੈ ਦੂਰਦਰਸ਼ਨ। ਇਹ ਅਣਖੀ ਹੈ, ਇਹ ਮਿਆਰੀ ਹੈ ਔਰ ਸਾਨੂੰ ਮਾਣ ਹੈ। ਇਸੇ ਤਰ੍ਹਾਂ ਦੂਰਦਰਸ਼ਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਜੋ ਵਿਰਸਾ ਹੈ ਸਾਡੇ ਪੰਜਾਬ ਦਾ, ਜਿਹਨੂੰ ਸਾਂਭਿਆ ਹੋਇਆ ਉਹ ਇਸੇ ਤਰ੍ਹਾਂ ਅੱਗੇ ਵੱਧਦਾ ਰਹੇ।
ਪਹਿਲਾ ਗੀਤ ਤੁਹਾਡਾ ਕਿਹੜਾ ਸੀ? ਕਿਉਂਕਿ ਇੱਕ ਗੀਤ ਆਉਣਾ, ਫਿਰ ਪੂਰੀ ਐਲਬਮ ਬਣਨੀ, ਹਾਂਜੀ। ਉਹ ਪੂਰਾ ਸਫ਼ਰ ਕਿੱਦਾਂ ਦੇ ਸੀਗੇ? ਗੀਤ ਜੀ ਮੇਰੇ ਪਿਤਾ ਦੀ ਪਹਿਲਾਂ ਤਾਂ ਮੈਂ ਗਾਉਂਦੀ ਹੁੰਦੀ ਸੀ, ਮੇਰੇ ਪਾਪਾ ਨੇ ਸਿੰਪਲ ਜਿਹੇ ਉਹ ਲਿਖਦੇ ਸੀਗੇ, ਅਤੇ ਇੱਕ ਉਹਨਾਂ ਦਾ ਮੈਂ ਬਹੁਤ ਗਾਇਆ, ਮੱਸਿਆ ਦੇ ਮੇਲੇ ਉੱਤੇ ਆਈਆਂ ਜੱਟੀਆਂ, ਜੀ, ਉਹ ਗੀਤ ਜੇ ਤੁਹਾਨੂੰ ਯਾਦ ਆ ਤਾਂ ਤੁਹਾਡੇ ਤੋਂ ਹਾਂਜੀ, ਸੁਣਨਾ ਉਹ ਥੋੜਾ ਜਿਹਾ ਚਾਹਾਂਗੇ। ਯਾਦ ਹੈ। ਜੀ। ਮੱਸਿਆ ਦੇ ਮੇਲੇ ਉੱਤੇ ਆਈਆਂ ਜੱਟੀਆਂ, ਪਾਉਂਦੀਆਂ ਨੇ ਭੰਗੜੇ ਮਜਾਜਾਂ ਪੱਟੀਆਂ, ਮਾਲਵੇ ਦਾ ਨਾ ਬੇਮਿਸਾਲ ਹੋ ਗਿਆ, ਕਮਾਲ ਹੋ ਗਿਆ ਜੀ ਉਹ ਕਮਾਲ ਹੋ ਗਿਆ, ਕਮਾਲ ਹੋ ਗਿਆ ਜੀ ਉਹ ਕਮਾਲ ਹੋ ਗਿਆ। ਬਹੁਤ ਖੂਬ, ਬਹੁਤ ਖੂਬ, ਹਨਾ। ਤੈਨੂੰ ਦੱਸਣਾ ਪਟੋਲਾ ਬਣ ਕੇ ਵੇ, ਮੇਰਾ ਕੱਤ ਦੀ ਦਾ ਚੂੜਾ ਛਣ ਕੇ। ਇਹ ਵੀ ਦੂਰਦਰਸ਼ਨ ਦੀ ਪ੍ਰਾਪਤੀ, ਇਹ ਦੂਰਦਰਸ਼ਨ ਨੇ ਗਾਣਾ ਬਣਾਇਆ ਸੀ, ਔਰ ਬਠਿੰਡਾ ਕਿਲੇ ਦੇ ਬਾਹਰ ਇਹਨੂੰ ਅਸੀਂ ਸ਼ੂਟ ਕੀਤਾ ਸੀ, ਔਰ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਗੀਤ। ਸੱਚੀ? ਇੱਕ ਵਾਰੀ ਜ਼ਰੂਰ ਸੁਣਨਾ ਚਾਹੂੰਗੇ ਫਿਰ ਲਾਈਵ ਹੁਣ। ਵਾਲਾਂ ਵਿੱਚ ਫੇਰੀਆਂ ਮੈਂ ਵਾਰ-ਵਾਰ ਕੰਗੀਆਂ, ਬਾਹਾਂ 'ਚ ਸਜਾਈਆਂ ਵੇ ਮੈਂ ਵੰਗਾਂ ਸਤਰੰਗੀਆਂ, ਤੈਨੂੰ ਦੱਸਣਾ ਪਟੋਲਾ ਬਣ ਕੇ ਵੇ, ਮੇਰਾ ਕੱਤ ਦੀ ਦਾ ਚੂੜਾ ਛਣ ਕੇ ਵੇ, ਤੈਨੂੰ ਦੱਸਣਾ ਪਟੋਲਾ ਬਣ ਕੇ ਵੇ। ਵਾਹ। ਤੇ ਫਿਰ ਇੱਕ ਐਲਬਮ ਪੂਰੀ ਤਿਆਰ ਹੋਣੀ, ਜਿੱਦਾਂ ਤੁਸੀਂ ਪਹਿਲਾਂ ਇੱਕ ਬੋਲੀ ਚ ਗਾਇਆ, ਇੱਕ ਸਿੰਗਲ, ਹਨਾ, ਹੁਣ ਤਾਂ ਸਿੰਗਲ ਟਰੈਕ ਦਾ ਜ਼ਮਾਨਾ ਆ, ਉਹ ਐਲਬਮ ਦਾ ਸਬੱਬ ਕਿਵੇਂ ਬਣਿਆ? ਕਿਵੇਂ ਉਹ ਐਲਬਮ ਤਿਆਰ ਕੀਤੀ ਜਾਏ, ਫਿਰ ਉਹ ਐਲਬਮ ਆਉਂਦੀ ਹੈ, ਫਿਰ ਲੋਕਾਂ ਦੇ ਦਿਲਾਂ ਦੇ ਵਿੱਚ ਛਾ ਵੀ ਜਾਂਦੀ ਹੈ, ਪਰ ਸਵਾਲ ਇਹ ਹੁੰਦਾ ਹੈ ਕਿ ਮਸ਼ਹੂਰ ਬਾਅਦ ਵਿੱਚ ਹੁੰਦੀ ਹੈ ਚੀਜ਼, ਜਿਹੜੀ ਉਸ ਦੇ ਪਿੱਛੇ ਮਿਹਨਤ ਹੁੰਦੀ ਹੈ। ਬਿਲਕੁਲ ਜੀ, ਪਹਿਲਾਂ ਤਾਂ ਦੇਖੋ ਤੁਹਾਨੂੰ ਕੋਈ ਚਾਂਸ ਨਹੀਂ ਦਿੰਦਾ ਹੈਗਾ, ਹਰ ਫੀਲਡ 'ਚ ਇੱਦਾਂ ਹੀ ਹੁੰਦਾ, ਸਟਰਗਲ ਹੁੰਦੀ ਹੈ, ਔਰ ਜਿੰਨੇ ਕੁ ਪੈਸੇ ਵੀ ਸੀਗੇ ਸਾਡੇ ਕੋਲੇ, ਮੈਂ ਆਪਣੇ ਫਾਦਰ ਸਾਹਿਬ ਨਾਲ ਅਸੀਂ ਸਲਾਹ ਕਰਕੇ ਫਿਰ ਰਿਕਾਰਡਿੰਗ ਕੀਤੀ ਚੰਡੀਗੜ੍ਹ ਜਾ ਕੇ, ਅਤੇ ਉਹ ਫਿਰ ਸਾਡੀ ਕੋਈ ਰਿਲੀਜ਼ ਨਹੀਂ ਸੀ ਕਰਦਾ, ਅਸੀਂ ਫਿਰ ਇੱਦਾਂ ਹੀ ਕੰਪਨੀਆਂ ਦੇ ਆਫਿਸਿਸ ਹੁੰਦੇ ਸੀਗੇ, ਅਸੀਂ ਉੱਥੇ ਜਾਣਾ, ਦਿੱਲੀ ਅਸੀਂ, ਮੈਨੂੰ ਅੱਜ ਵੀ ਯਾਦ ਹੈ, ਮੈਂ ਅਤੇ ਮੇਰੇ ਫਾਦਰ ਗਏ, ਅਤੇ ਅਸੀਂ ਇੱਕ ਉੱਥੇ ਬੱਸ 'ਚ ਚੜ੍ਹ ਗਏ, ਉਹ ਇੰਨਾ ਜ਼ਿਆਦਾ ਬੱਸ 'ਚ ਲੋਕ ਸੀਗੇ, ਅਤੇ ਕਿਉਂਕਿ ਫਾਦਰ ਅਸੀਂ ਪੰਜਾਬ ਦੇ ਰਹਿਣ ਵਾਲੇ ਸੀਗੇ, ਸਿੰਪਲ ਬੰਦੇ ਪਿੰਡਾਂ ਵਾਲੇ, ਅਤੇ ਉਹ 'ਚ ਇੰਨਾ ਰਸ਼, ਅਤੇ ਉਹ ਨਾ ਮਤਲਬ ਕਦੇ ਐ ਨੂੰ ਜਾਣ ਲੋਕ, ਕਦੇ ਐ ਨੂੰ ਜਾਣ, ਅਤੇ ਮੇਰੇ ਫਾਦਰ ਉਹ ਕਹਿਣ ਲੱਗ ਗਏ ਡਰਾਈਵਰ ਨੂੰ, ਕਹਿੰਦੇ ਬੱਸ ਰੋਕ, ਅਤੇ ਉਹ ਡਰਾਈਵਰ ਪਿੱਛੇ ਜੇ ਦੇਖੇ, ਮੈਂ ਕਿਹਾ ਡੈਡੀ ਕੀ ਹੋ ਗਿਆ? ਕਹਿੰਦੇ ਉਹਨੂੰ ਕਹਿੰਦੇ ਤੈਨੂੰ ਸੁਣਿਆ ਨਹੀਂ, ਬੱਸ ਰੋਕ। ਦਿੱਲੀ ਵਾਲਾ ਕੋਈ ਡਰਾਈਵਰ ਸੀ, ਅਤੇ ਉਹ ਕਹਿੰਦਾ ਸਰਦਾਰ ਜੀ ਕਿਆ ਹੁਆ? ਬੱਸ ਰੋਕ। ਗੁੱਸੇ 'ਚ ਉਹਨੂੰ ਕਹਿੰਦੇ, ਤੇ ਉਹਨੇ ਬੱਸ ਰੋਕੀ, ਕਹਿੰਦੇ ਥੱਲੇ ਲਾ ਸਾਨੂੰ, ਅਸੀਂ ਥੱਲੇ ਉਤਰ ਕੇ, ਮੀਨਸ ਕਿ ਦਿੱਲੀ ਦਾ ਮਾਹੌਲ ਡਿਫਰੈਂਟ ਸੀਗਾ, ਅਤੇ ਉਦੋਂ ਅਸੀਂ ਗਏ ਸੀਗੇ ਜਿਵੇਂ ਆਪਣੇ ਇਸੇ ਤਰ੍ਹਾਂ ਰਿਕਾਰਡ ਕਰਕੇ ਕੋਈ ਗਾਣੇ ਸੁਣਾਉਣ ਗਏ ਸੀ, ਸੋ ਇਹ ਸਾਡੀ ਸਟਰਗਲ ਸੀਗੀ, ਅਤੇ ਉਹ ਕਹਿੰਦੇ ਹਜੇ ਤੁਹਾਡੀ ਬੱਚਿਆਂ ਵਰਗੀ ਆਵਾਜ਼ ਹੈ, ਅਤੇ ਸਾਨੂੰ ਨਹੀਂ ਮਤਲਬ ਚਾਂਸ ਮਿਲਿਆ। ਫਿਰ ਇੱਥੇ ਇੱਕ ਹੋਰ ਪੰਜਾਬ ਦੀਆਂ ਕੰਪਨੀਜ਼ ਸੀਗੀਆਂ ਜਿਨ੍ਹਾਂ ਨੂੰ ਅਸੀਂ ਸੁਣਾਈ, ਫਿਰ ਉਹ ਚਲੋ ਇੱਕ ਸਬੱਬ ਬਣ ਗਿਆ ਕਿ ਉਹ ਐਲਬਮ ਆਈ, ਪਰ ਉਹ ਐਲਬਮ ਸਾਡੇ ਨੇੜੇ ਤੇੜੇ ਪਟਿਆਲੇ ਦੇ ਸ਼ਹਿਰ 'ਚ ਹੀ ਉਹਨਾਂ ਨੇ ਭੇਜਤੀ। ਅੱਛਾ ਜੀ। ਕਿਉਂਕਿ ਉਦੋਂ ਨਵੇਂ ਆਰਟਿਸਟ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੀ ਐਲਬਮ ਕਿਤੇ ਦੂਰ ਦੇ ਲੋਕ ਜਾਣਦੇ ਨਹੀਂ ਹੁੰਦੇ ਤੁਹਾਨੂੰ, ਹੈ ਨਾ। ਬਿਲਕੁਲ। ਸੋ ਬਟ ਫਿਰ ਵੀ ਜਦੋਂ ਮੇਰਾ ਮਤਲਬ ਐਂਟਰੀ ਹੋ ਗਈ ਸੀ, ਉਸ ਤੋਂ ਬਾਅਦ ਮੈਨੂੰ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਸੀ ਕਿ ਹਾਂ ਕੋਈ ਲੜਕੀ ਨਵੀਂ ਆਈ ਹੈ, ਇਹਨੇ ਗਾਉਣਾ ਸ਼ੁਰੂ ਕੀਤਾ ਹੈ। ਫਿਰ ਐਕਚੁਅਲ 'ਚ ਉਦੋਂ ਜ਼ਿਆਦਾ ਮੇਲੇ ਬਹੁਤ ਹੁੰਦੇ ਸੀ, ਜਿਵੇਂ ਹੁਣ ਵੀ ਮੇਲੇ ਹੁੰਦੇ ਆ। ਹੁਣ ਪੰਜਾਬ ਦੇ ਮੇਰੇ ਖਿਆਲ ਆਊਟਸਾਈਡ ਆਪਾਂ ਕਹਿ ਲਓ ਵੀ NRIs ਬਹੁਤ, ਜਿਵੇਂ ਮੈਂ ਜਾ ਰਹੀ ਹਾਂ, ਮੈਂ ਕਹਿ ਰਹੀ ਸੀ ਕੱਲ੍ਹ ਨੂੰ, ਇਹ ਇਸ ਤਰ੍ਹਾਂ ਦੇ ਮੇਲਿਆਂ 'ਚ ਮੈਂ ਬਹੁਤ ਗਈ। ਹੁਣ ਕਹਿਣ ਲੱਗ ਗਏ ਫਲਾਣੇ ਸਿੰਗਰ ਦਾ ਕੰਸਰਟ ਆ, ਪਹਿਲਾਂ ਆਪਾਂ ਪੰਜਾਬੀ ਉਹਨੂੰ ਆਪਣੀ ਭਾਸ਼ਾ ਦੇ ਵਿੱਚ ਮੇਲੇ ਕਹਿੰਦੇ ਸੀਗੇ। ਮੇਲੇ ਹੀ ਕਲਾਕਾਰ ਬਣਾਉਂਦੇ ਆ, ਕਿਉਂਕਿ ਜਦੋਂ ਤੁਸੀਂ ਅਸੀਂ ਲਾਈਵ ਗਾਇਆ ਜੀ, ਮੇਰਾ ਤਜਰਬਾ ਸਾਰਾ ਲਾਈਵ ਸਿੰਗਿੰਗ ਦਾ ਹੈ, ਤੇ ਮੇਰਾ ਗਲਾ ਹੀ ਇੰਨਾ ਜ਼ਿਆਦਾ ਗਾ ਕੇ ਬੈਠ ਜਾਂਦਾ ਸੀ ਕਿ ਮੈਂ ਦੂਜੇ ਜਾਂ ਫਿਲਮ ਦਾ ਕੋਈ ਗਾਣਾ ਆਣਾ, ਮੇਰਾ ਗਲਾ ਨੋਰਮਲ ਹੀ ਨਹੀਂ ਹੁੰਦਾ ਸੀ, ਰੋਜ਼ ਹੀ ਮੇਰਾ ਪ੍ਰੋਗਰਾਮ ਹੁੰਦਾ ਸੀ, ਲੋਕ ਇੰਨੇ ਹੀ ਮੇਰੇ ਪ੍ਰੋਗਰਾਮ ਕਰਾਉਂਦੇ ਆ। ਸੋ ਇਸ ਕਰਕੇ ਲਾਈਵ ਜਦੋਂ ਤੁਸੀਂ ਗਾਉਂਦੇ ਹੋ, ਉਹ ਇੱਕ ਅਲੱਗ ਤਰ੍ਹਾਂ ਦਾ ਇੱਕ ਆਨੰਦ ਹੈ, ਕਿਉਂਕਿ ਲੋਕਾਂ ਨੇ ਸਾਹਮਣੇ ਤੁਹਾਡੇ ਨੱਚਣਾ ਹੈ ਨਾ ਜੀ, ਸਾਹਮਣੇ ਤੁਹਾਨੂੰ ਕਹਿਣਾ ਵੀ ਆਹ ਗੀਤ ਗਾਓ। ਸੋ ਅਸੀਂ ਮੇਲਿਆਂ 'ਤੇ ਜਾ ਕੇ, ਮੈਨੂੰ ਜੋ ਲੱਗਦਾ ਹੈ ਕਿ ਮੈਨੂੰ ਮੇਲਿਆਂ ਨੇ ਐਜ਼ ਅ ਆਰਟਿਸਟ ਜ਼ਿਆਦਾ ਪ੍ਰਮੋਟ ਕੀਤਾ। ਫਿਰ ਮੇਰੇ ਗਾਣੇ ਬਾਅਦ 'ਚ ਚੱਲੇ। ਅੱਛਾ ਜੀ।
ਹਾਂਜੀ, ਮੈਨੂੰ ਪਹਿਲਾਂ ਗਾਣਿਆਂ ਨੇ ਨਹੀਂ ਹਿੱਟ ਕੀਤਾ। ਪਹਿਲਾਂ ਮੈਂ ਲਾਈਵ ਸਿੰਗਿੰਗ 'ਚ ਮੈਨੂੰ ਲੋਕਾਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਕਿ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਹੁਣ ਜੇ ਕੋਈ ਗਾਣਾ ਆ ਗਿਆ ਫਿਰ ਉਹ ਗਾਣੇ ਵੀ ਪਾਪੂਲਰ, ਮਤਲਬ ਬਾਅਦ 'ਚ ਉਹਨਾਂ ਦੀ ਵਾਰੀ ਆਈ। ਤੇ ਦੂਰਦਰਸ਼ਨ ਦੇ ਗਾਣਿਆਂ ਨੇ ਕਿੰਨੀ ਮਕਬੂਲੀਅਤ ਦਿੱਤੀ? ਬਹੁਤ ਜ਼ਿਆਦਾ। ਮੈਂ ਉਹੀ ਗੱਲ ਕਹਿ ਰਹੀ ਹਾਂ ਕਿ ਦਸਨਾ ਪਟੋਲਾ ਬਣ ਕੇ ਤਾਂ ਮਤਲਬ ਕੋਈ ਬੰਦਾ ਐਸਾ ਹੈ ਨਹੀਂ ਸੀ ਪੰਜਾਬੀ ਪੂਰੀ ਦੁਨੀਆ 'ਚ। ਅੱਜ ਵੀ ਲੋਕਾਂ ਨੂੰ ਉਹ ਯਾਦ ਹੈ ਗਾਣਾ। ਕਿਤੇ ਵੀ ਮੈਂ ਜਾਂਦੀ ਹਾਂ ਤਾਂ ਲੋਕ ਮੈਨੂੰ ਕਹਿੰਦੇ ਆ ਬੇਟੀ ਉਹ ਪਟੋਲਾ ਬਣ ਕੇ ਸੁਣਾ ਦਿਓ। ਸੋ ਬਹੁਤ ਹੀ ਉਹ ਲੋਕਾਂ ਨੇ ਪਸੰਦ ਕੀਤਾ ਜੀ। ਮੈਨੂੰ ਲੱਗਦਾ ਲੋਕ ਤੁਹਾਨੂੰ ਇਹ ਵੀ ਕਹਿੰਦੇ ਹੋਣਗੇ ਕਿ ਬਿੱਟੀ ਜੀ ਬੋਲੀਆਂ ਸੁਣਾ ਦਿਓ, ਨਿੱਕੀ ਨਿੱਕੀ ਕਣੀ ਦਾ ਮੀਂਹ ਬਰ ਪੈਂਦਾ, ਗੋਡੇ ਗੋਡੇ ਗਾਰਾ, ਭਿੱਜ ਗਈ ਮੈਂ ਮਿੱਤਰਾ, ਭਿੱਜ ਗਿਆ ਹੁਸਨ ਕੁਵਾਰਾ। ਮੈਂ ਤਾਂ ਹਲੇ ਤਾਈਂ ਕੋਈ ਜਾਗੋ ਨਹੀਂ ਦੇਖੀ ਜਿੱਥੇ ਇਹ ਗਾਣਾ ਨਾ ਲੱਗਦਾ ਹੋਵੇ, ਕੋਈ ਤੀਆਂ ਦਾ ਫੰਕਸ਼ਨ ਨਹੀਂ ਦੇਖਿਆ ਜਿੱਥੇ ਇਹ ਬੋਲੀਆਂ ਨਾ ਲੱਗਦੀਆਂ ਹੋਣ। ਦੇਖੋ ਵਰੁਣ, ਮੈਂ ਲੱਕੀ ਹਾਂ ਕਿ ਮੇਰੀ ਧਾਰਮਿਕ ਰਚਨਾਵਾਂ ਔਰ ਬੋਲੀਆਂ ਬਿੱਟੀ ਦੀਆਂ, ਇਹਨਾਂ ਨੇ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਅਮਰ ਕਰਤਾ। ਕਿਉਂਕਿ ਜੇ 20-25 ਸਾਲ ਤੋਂ ਅੱਜ ਵੀ ਉਹ ਬੋਲੀਆਂ ਚੱਲ ਰਹੀਆਂ ਨੇ। 2001 'ਚ ਹੀ ਧਾਰਮਿਕ ਆਏ ਸੀਗੇ ਤਾਂ 2001 ਦੇ ਨੇੜੇ ਹੀ ਉਹ ਬੋਲੀਆਂ ਆਈਆਂ ਸੀ। ਵਾਹ। ਤੇ ਜੇ ਅੱਜ ਵੀ ਉਹ ਚੱਲ ਰਹੀਆਂ ਨੇ ਤੇ ਮੈਂ ਲੋਕਾਂ ਦਾ ਇਹ ਧੰਨਵਾਦ ਹੈ। 3001 ਤੱਕ ਤਾਂ ਚੱਲੂਗਾ। ਮੈਂ ਨਾ ਸੁਣਨੀਆਂ ਬੋਲੀਆਂ ਲਾਈਵ ਤੁਹਾਡੇ ਤੋਂ। ਕੋਈ ਗੱਲ ਨਹੀਂ ਜੀ, ਮੈਂ ਜ਼ਰੂਰ, ਜਿੰਨੀਆਂ ਕਿ ਵੀ ਮੈਨੂੰ ਯਾਦ ਆ ਹਨਾ। ਹਾਂ, ਵੈਸੇ ਤਾਂ ਬੋਲੀਆਂ ਤਾਂ ਯਾਦ ਹੀ ਰਹਿੰਦੀਆਂ ਨੇ, ਉਹ ਭੁੱਲਦੀਆਂ ਹੀ ਨਹੀਂ ਲੋਕਾਂ, ਕਿਸੇ ਨੂੰ ਨਹੀਂ ਭੁੱਲਦੀਆਂ। ਉਹ ਲੋਕ ਕਹਿੰਦੇ ਰਹਿੰਦੇ ਆ ਵੀ ਗਾ ਦਿਓ ਜੀ। ਹੁਣੇ? ਹਾਂਜੀ, ਹੁਣੇ। ਗੜ ਗੜ ਕਰਦੇ ਬੱਦਲ ਵਰਦੇ, ਢਹਿ ਗਿਆ ਛੜੇ ਦਾ ਕੋਠਾ, ਬਈ ਚਾਰ ਚਫੇਰੇ ਪਾਣੀ ਪਾਣੀ, ਚਾਰ ਚਫੇਰੇ ਪਾਣੀ ਪਾਣੀ, ਡਿੱਗ ਵੀ ਮੈਂ ਖਾ ਕੇ ਗੋਤਾ, ਬਈ ਚਿੱਕੜ ਵਿੱਚੋਂ ਮਸਾਂ ਮੈਂ ਨਿਕਲੀ, ਹਾਂ ਗੁੱਤ ਦਾ ਲਿਬੜ ਗਿਆ ਤੋਤਾ, ਅੱਖੀਆਂ ਮਾਰ ਗਿਆ ਜੈਲਦਾਰ ਦਾ ਪੋਤਾ, ਅੱਖੀਆਂ ਮਾਰ ਗਿਆ ਜੈਲਦਾਰ ਦਾ ਪੋਤਾ, ਅੱਖੀਆਂ ਮਾਰ ਗਿਆ। ਵਾਹ, ਬਹੁਤ ਖੂਬ, ਕਮਾਲ ਹੈ। ਬਹੁਤ ਹੋਰ ਹੈਗੀ ਆ ਕੋਈ ਬੋਲੀ? ਹਾਂਜੀ, ਮੈਂ ਰੱਜੀ ਨਹੀਂ ਹਲੇ। ਹਾਂਜੀ, ਇੱਕ ਆਪਣਾ ਹੁਣੇ ਮੈਂ ਜਿਹੜੀ ਨਵੀਆਂ ਬੋਲੀਆਂ ਵਿੱਚੋਂ ਸੀਗੀ ਬਣਾਈ, ਪਿੱਪਲੀ ਹੇਠ ਤਰਿੰਜਣਾ ਲੱਗੀਆਂ, ਰੰਗਲੇ ਚਰਖੇ ਡਾਏ, ਬਾਂਠਣ ਆਈਆਂ ਸਭ ਮੁਟਿਆਰਾਂ, ਹਾਰ ਸ਼ਿੰਗਾਰ ਲਗਾਏ, ਸੁਰਖ ਬੁੱਲਾਂ ਤੇ ਮਲੇ ਦੰਦਾਸੇ, ਨੈਣੀ ਕੱਜਲ ਪਾਏ, ਨਾਗਾਂ ਵਾਲੀਆਂ ਪੀਂਘਾਂ ਝੂਟਣ, ਓ ਮੇਰੇ ਆ ਬੇਲੀਆਂ, ਹੋ ਨਾਗਾਂ ਵਾਲੀਆਂ ਪੀਂਘਾਂ ਝੂਟਣ, ਅੰਬਰ ਨੂੰ ਹੱਥ ਲਾਏ, ਜੋਸ਼ ਜਵਾਨੀ ਦਾ ਹੁਣ ਨਾ ਠੱਲਿਆ ਜਾਏ, ਜੋਸ਼ ਜਵਾਨੀ ਦਾ ਹੁਣ ਨਾ ਠੱਲਿਆ ਜਾਏ, ਜੋਸ਼ ਜਵਾਨੀ ਦਾ। ਬਹੁਤ ਸਵੇਰੇ ਸਵੇਰੇ ਗਵਾ ਰਹੇ ਹੋ ਤੁਸੀਂ, ਮੈਨੂੰ ਇਹ ਦੇਖ ਲਓ। ਦੇਖੋ ਮੈਂ ਨਾ ਹੁਣ ਸਾਡਾ ਤਾਂ ਦਾ ਹੋਣ ਹੀ ਲੱਗਿਆ ਐਕਚੁਅਲੀ। ਹਾਂਜੀ, ਗਲਾ ਥੋੜਾ ਇੰਦਾ ਹੁੰਦਾ ਹੋ ਜਾਂਦਾ ਜੀ ਸਟੇਜ ਤੇ ਗਾ ਕੇ ਕਿ ਜਿਵੇਂ ਸਟੇਜ ਤੇ ਵੀ 20-25 ਮਿੰਟ 'ਚ ਹੌਲੀ ਹੌਲੀ ਗਰਮ ਹੋ ਕੇ ਫਿਰ ਬੜਾ ਇੰਨਾ ਖੁੱਲ੍ਹ ਜਾਂਦਾ ਗਲਾ ਕਿ ਤੁਸੀਂ ਆਰਾਮ ਨਾਲ ਮਤਲਬ ਬਹੁਤ ਉਹਨੂੰ ਸਵਰ ਲਗਾ ਸਕਦੇ ਹੋ। ਪਰ ਮੈਨੂੰ ਨਹੀਂ ਇੱਦਾਂ ਦਾ ਮਹਿਸੂਸ ਹੋਇਆ ਕੁਝ ਵੀ ਕਿ ਬਿੱਟੀ ਜੀ ਨਾ ਡਿਊਟ ਗਾਉਂਦੇ ਆ ਨਾ ਫਿਲਮਾਂ ਦੇ ਵਿੱਚ ਕੰਮ ਕਰਦੇ ਆ। ਇਹ ਲੋਕੀ ਪੁੱਛਦੇ ਆ ਕਿ ਕਿਉਂ ਬਿੱਟੀ ਨੇ ਕਦੇ ਵੀ ਕਿਸੇ ਦੇ ਨਾਲ ਇਹਨਾਂ ਨੇ ਸਟੇਜ ਨਹੀਂ ਸ਼ੇਅਰ ਕੀਤੀ, ਕਿਉਂ ਫਿਲਮਾਂ ਦੇ ਵਿੱਚ ਕੰਮ ਨਹੀਂ ਕੀਤਾ? ਕਿਉਂਕਿ ਇੱਕ ਐਡਾ ਮੁਕਾਮ ਹਾਸਲ ਕਰ ਲੈਣਾ ਜਿੱਥੇ ਫਿਲਮਾਂ ਵਾਲੇ ਤੁਹਾਡੇ ਦਰਾਂ ਤੇ ਆਪ ਆ ਜਾਂਦੇ ਆ। ਆਮ ਤੌਰ ਤੇ ਬੱਚਿਆਂ ਨੂੰ ਮਿਹਨਤ ਕਰਨੀ ਪੈਂਦੀ, ਜਾਣਾ ਪੈਂਦਾ, ਸਾਨੂੰ ਫਿਲਮਾਂ 'ਚ ਲੈ ਲਓ। ਕੀ ਹੋ ਗਿਆ? ਮੈਂ ਕੀਤੀਆਂ ਸੀ ਜੀ ਉਹ ਸਾਡੇ ਵੇਲੇ, ਉਦੋਂ ਇੱਕ ਮੇਲਾ ਫਿਲਮ ਬਣੀ ਸੀ, ਇੱਕ ਧੀ ਪੰਜਾਬ ਦੀ, ਚ ਮੈਂ ਕੀਤਾ ਐਕਚੁਅਲੀ। ਮੈਂ ਕਿਰਦਾਰ ਦੇ ਵਿੱਚ ਨਹੀਂ ਕਦੇ। ਹਾਂਜੀ, ਮੈਂ ਕੰਫਰਟੇਬਲ ਜਿਹਾ ਨਹੀਂ ਸੀ ਫੀਲ ਕਰਦੀ ਜੀ। ਜਿਵੇਂ ਜਦੋਂ ਅਸੀਂ ਉਦੋਂ ਜਿੱਦਾਂ ਦੀਆਂ ਫਿਲਮਾਂ ਬਣਦੀਆਂ ਸੀ, ਮਤਲਬ ਮੈਨੂੰ ਲੱਗਦਾ ਸੀਗਾ ਕਿ ਅੱਜ ਤਾਂ ਬਹੁਤ ਅੱਛੀਆਂ ਫਿਲਮਾਂ ਬਣ ਰਹੀਆਂ, ਲੋਕ ਅਵੇਅਰ ਹੋ ਗਏ ਹੈ ਕਿ ਇੱਕ ਕੰਮ ਹੈ। ਜਦੋਂ ਅਸੀਂ ਸ਼ੁਰੂ ਕੀਤਾ ਸੀ ਉਹ ਥੋੜਾ ਹੋਰ ਤਰ੍ਹਾਂ ਦੀ ਮਤਲਬ ਮਾਈਂਡਸੈਟ ਸੀਗਾ ਲੋਕਾਂ ਦਾ, ਤੇ ਮੈਂ ਕੰਫਰਟੇਬਲੀ ਮਤਲਬ ਮੈਨੂੰ ਲੱਗਦਾ ਸੀ ਆਪਣੇ ਗੀਤਾਂ 'ਚ ਹੀ ਖੁਸ਼ ਹਾਂ, ਤਾਂ ਹੀ ਡਿਊਟ ਨਹੀਂ ਗਏ। ਹਾਂਜੀ, ਕਿਉਂਕਿ ਸਟੇਜ ਤੇ ਵੀ ਫਿਰ ਲੋਕ ਡਿਮਾਂਡ ਕਰਦੇ ਸੀਗੇ ਜੇ ਤੁਸੀਂ, ਮੈਂ ਸਟੇਜ ਸਿੰਗਿੰਗ ਕਰਦੀ ਮੈਨੂੰ, ਤੇ ਮੈਨੂੰ ਇਕੱਲੇ ਹੀ ਵਧੀਆ ਲੱਗਦਾ ਸੀ ਕਿ ਮੈਂ ਇਕੱਲੇ ਪਰਫਾਰਮ ਕਰਨਾ ਹੈ, ਲੋਕਾਂ ਨੱਚਣਾ ਹੈ ਨਾ ਜੀ। ਸੋ ਹੌਲੀ ਹੌਲੀ ਹੁਣ ਹਾਲਾਤ ਬਦਲ ਚੁੱਕੇ ਹੈ, ਕਿਉਂਕਿ ਹੁਣ ਲੋਕਾਂ ਨੂੰ ਸਮਝ ਆ ਚੁੱਕੀ ਕਿ ਹਰ ਬੰਦਾ ਆਪਣਾ ਕੋਈ ਕੰਮ ਕਰ ਰਿਹਾ ਹੈ। ਤੇ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਉਦੋਂ ਥੋੜ੍ਹੀਆਂ ਚੀਜ਼ਾਂ ਡਿਫੀਕਲਟ ਹੋਰ ਤਰ੍ਹਾਂ ਸੀ, ਕਿਉਂਕਿ ਸਾਰਾ ਕੁਝ ਨਹੀਂ ਸੀ ਪਤਾ ਲੱਗਦਾ ਲੋਕਾਂ ਨੂੰ, ਔਰ ਬਸ ਇਕੱਲੇ ਹੀ ਅੱਛਾ ਲੱਗਿਆ ਕਿ ਬਿੱਟੀ ਨੇ ਆਪਣਾ। ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹੂੰਗੀ ਇਹਦੇ 'ਚ ਕਿ ਬਹੁਤ ਸਾਲ ਪਹਿਲਾਂ ਮੈਂ ਬਿਲਕੁਲ ਉਦੋਂ ਸਟਾਰਟਿੰਗ ਟਾਈਮ ਦੀ ਗੱਲ ਕਰਦੀ ਹਾਂ ਕਿ ਸਾਨੂੰ ਇੱਕ ਆਫਰ ਆਈ ਇੰਗਲੈਂਡ ਤੋਂ। ਅੱਛਾ ਜੀ। ਤੇ
ਉਹ ਲੋਕ ਕਹਿੰਦੇ ਕਿ ਤੁਸੀਂ ਜਿੰਨਾ ਪੈਸਾ ਕਹੋਗੇ ਅਸੀਂ ਤੁਹਾਨੂੰ ਦੇਵਾਂਗੇ ਵੀ ਇਹ ਬਿੱਟੀ ਨੂੰ ਸਿੰਗਿੰਗ ਕਰਨ ਲਈ ਭੇਜ ਦਿਓ। ਉੱਥੇ ਮਾਨਕ ਸਾਹਿਬ ਨੇ ਵੀ ਜਾਣਾ ਸੀ ਜਾਂ ਹੋਰ ਕਈ ਆਰਟਿਸਟ ਸੀਗੇ, ਤੇ ਵੀ ਉਹ ਕਹਿੰਦੇ ਵੀ ਬਸ ਏਦਾਂ ਇੱਕ ਅੱਧਾ ਡਿਊਟ ਪਾ ਦਿਓ ਜੀ। ਤੇ ਫਿਰ ਮੈਂ ਨਾ ਕੀਤੀ। ਅੱਛਾ ਜੀ। ਹਾਂ ਕਿ ਨਹੀਂ, ਮੈਂ ਜਦੋਂ ਲੋਕ ਜਾਣਨਗੇ ਤਾਂ ਸਿਰਫ ਇਹੀ ਕਹਿਣਗੇ ਕਿ ਹਾਂ ਬਿੱਟੀ ਦੇ ਗਾਣੇ, ਇਹ ਬਿੱਟੀ ਨੇ ਕੰਮ ਕੀਤਾ ਹੈ। ਕਿਉਂਕਿ ਪਹਿਲਾਂ ਜਦੋਂ ਰਾਜੇ ਉਦੋਂ ਸਾਡੇ ਵੇਲੇ ਨਾ ਸਟਾਰਟਿੰਗ ਟਾਈਮ ਨਹੀਂ, ਹੁਣ ਵੀ ਤੁਹਾਡਾ ਵੇਲਾ ਆ, ਕੁੜੀਆਂ ਨੂੰ ਐਂ ਬਿਠਾ ਦਿੰਦੇ ਸੀ ਵੀ ਬਸ ਲੋਕ ਬੈਠੇ ਰਹਿਣ। ਅੱਛਾ ਜੀ। ਤੇ ਮੈਂ ਤਾਂ ਫਿਰ ਐ ਸੀ ਵੀ ਜੁਝਾਰੂ, ਮੈਨੂੰ ਤਾਂ ਸੀਗਾ ਵੀ ਐ ਕਿਵੇਂ ਵੀ ਕੁੜੀਆਂ ਘੱਟ ਨੇ ਕਿਸੇ ਤੋਂ। ਆਮ ਤੌਰ ਤੇ ਜਦੋਂ ਦਰਖਤਾਂ ਦੇ ਆਲੇ ਦੁਆਲੇ ਘੁੰਮਣਾ ਸੀ ਤੇ ਉਦੋਂ ਕੁੜੀ ਦੀ ਐਂਟਰੀ ਹੋ ਜਾਂਦੀ ਸੀ। 4 ਘੰਟੇ ਮੈਂ ਇਕੱਲੀ ਪਰਫਾਰਮ ਕਰ ਸਕਦੀ ਹਾਂ ਜੀ। ਮਤਲਬ ਕੁੜੀਆਂ ਸਾਰਾ ਕੁਝ ਕਰ ਸਕਦੀਆਂ ਸੀ, ਕਰਕੇ ਪ੍ਰੂਵ ਕੀਤਾ। ਹੁਣ ਪ੍ਰੂਵ ਕੀਤਾ ਕਿ 4 ਘੰਟੇ ਜੇ ਮੁੰਡੇ ਗਾਉਂਦੇ ਆ ਕੁੜੀਆਂ 5 ਵੀ ਕਰ ਸਕਦੀਆਂ। ਕਰਾਊਡ ਹੋਇਆ ਇੰਨਾ ਬੜਾ ਤੁਹਾਡੇ ਸਟੇਜ ਦੇ ਮੂਹਰੇ, ਕਿੰਨੇ ਸਾਰੇ ਲੋਕ ਆ, ਮੇਲਿਆਂ ਦੇ ਵਿੱਚ ਜਾਂਦੇ ਹੋ ਤੁਸੀਂ, ਕਹਿ ਨਹੀਂ ਸਕਦੇ। ਕਈ ਜਿੱਥੇ ਚਾਹਣ ਵਾਲੇ ਹੁੰਦੇ ਆ, ਕਈ ਸ਼ਰਾਰਤੀ ਅਨਸਰ ਵੀ ਆ ਜਾਂਦੇ ਆ। ਫਿਰ ਉਹਨਾਂ ਨੂੰ ਹੈਂਡਲਿੰਗ ਆਫ ਪੀਪਲ, ਇਹੀ ਤਾਂ ਹੈ। ਜੇ ਇੱਕ ਮਾਂ ਨਹੀਂ ਹੈਂਡਲ ਕਰ ਸਕਦੀ, ਇੱਕ ਭੈਣ ਜਾਂ ਇੱਕ ਲੇਡੀ ਨਹੀਂ, ਫਿਰ ਕੌਣ ਕਰੂਗਾ। ਉਦੋਂ ਕੀ ਰਿਵਾਜ ਚੱਲਦਾ ਸੀ ਕਿ ਕੁੜੀ ਨੇ ਇੱਕ ਗੀਤ ਗਾਉਣਾ, ਤੇ ਪਰ ਮੈਂ ਕਿਹਾ ਨਹੀਂ, ਸਭ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਮੈਂ ਹੀ ਇੱਕ ਬੈਂਡ ਬਣਾਇਆ ਸੀ ਐਜ਼ ਅ ਫੀਮੇਲ ਆਰਟਿਸਟ ਕੱਲਿਆਂ। ਇਹ ਮੇਰਾ ਇੱਕ ਬੈਂਡ ਬਣਿਆ ਸੀ ਇੰਡੀਵਿਜੂਅਲੀ, ਜਿਹੜਾ ਕਿ ਬਿੱਟੀ ਨੇ ਕੱਲਿਆਂ ਹੀ ਗਾਉਣਾ। ਵਾਹ। ਅੱਜ ਤਾਂ ਬਹੁਤ ਬੱਚੀਆਂ ਗਾ ਰਹੀਆਂ, ਅੱਛਾ ਗਾ ਰਹੀਆਂ ਨੇ ਲੜਕੀਆਂ ਸਾਡੀਆਂ, ਮੈਨੂੰ ਬਹੁਤ ਪ੍ਰਾਊਡ ਹੈ ਸਾਰੀਆਂ ਕੁੜੀਆਂ ਜਿੰਨਾ ਵੀ ਬਹੁਤ ਅੱਛਾ ਕੰਮ ਕਰ ਰਹੇ ਹੈ। ਤੇ ਪਰ ਮਤਲਬ ਇੱਕ ਇਕੱਲੇ ਖੜੇ ਹੋਣਾ ਸਟੇਜ ਤੇ, ਇਹ ਮੇਰੇ ਹਿੱਸੇ ਆਏ ਉਹਨਾਂ ਦਿਨਾਂ ਦੇ, ਔਰ ਇਹ ਮੇਰੇ ਪਿਤਾ ਦੀ ਸੋਚ ਸੀ ਵੀ ਜੇ ਗਾਉਣਾ ਪੁੱਤ ਇਕੱਲੇ ਗਾ, ਫਿਰ ਬਸ ਠੀਕ ਹੈ। ਗੱਲ ਦੁਬਾਰਾ ਤੁਹਾਡੇ ਪਰਿਵਾਰ ਤੇ ਆਈ ਆ, ਤੇ ਨਾਨਕੇ ਕਹਿੰਦੇ ਸੀਗੇ ਕਿ ਬਿੱਟੀਏ ਅਸੀਂ ਗਾਣੇ ਤਾਂ ਸੁਣਦੇ ਨਹੀਂ, ਤੂੰ ਇੱਕ ਧਾਰਮਿਕ ਐਲਬਮ ਸਾਡੇ ਕਰਕੇ ਕੱਢਦੇ, ਅਸੀਂ ਤੈਨੂੰ ਤਾਂ ਸੁਣ ਲਈਏ। ਹਾਂਜੀ, ਤੁਸੀਂ ਮੇਰੇ ਮਾਮਾ ਜੀ ਮੈਨੂੰ ਯਾਦ ਕਰਵਾਤੇ, ਅੱਜ ਉਹ ਵੀ ਨਹੀਂ ਹੈਗੇ ਜੀ। ਤੇ ਪਰ ਉਹੀ ਗੱਲ ਕਿ ਕੁਛ ਲੋਕ ਇੰਨੇ ਅੱਛੇ ਹੁੰਦੇ ਆ ਤੁਹਾਡੇ ਜੀਵਨ 'ਚ। ਉਹ ਸੀਗੇ ਅੰਮ੍ਰਿਤਧਾਰੀ, ਉਹਨਾਂ ਨੇ ਬਸ ਗੁਰੂ ਸਾਹਿਬ ਦਾ ਜ਼ਿਕਰ ਕਰਨਾ ਜੀ, ਔਰ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਸੀ ਜਦੋਂ ਵੀ ਸਾਡੇ ਕੋਈ ਵਿਆਹ ਹੋਣਾ, ਕਿੱਦਾਂ ਵੀ ਮੈਂ ਧਾਰਮਿਕ ਗਾਉਣਾ ਜਾਂ ਚਿੜੀਆਂ ਦਾ ਚੰਬਾ ਇੱਕ ਮੇਰਾ ਪੱਕਾ ਹੀ ਹੁੰਦਾ ਸੀ ਕਿ ਮੈਂ ਵਿਆਹਾਂ ਤੇ ਗਾਉਣਾ ਹੀ ਗਾਉਣਾ। ਸਾਡਾ ਚਿੜੀਆਂ ਦਾ ਚੰਬਾ ਬੇ ਬਾਬਲ ਅਸਾਂ ਤੁਰ ਜਾਣਾ, ਨਹੀਂ ਜਿਹੜਾ ਸਾਡੇ ਬਾਈ ਜੀ ਦਾ ਲਿਖਿਆ, ਗੁਰਦਾਸ ਮਾਨ ਜੀ ਦਾ ਲਿਖਿਆ ਚਿੜੀਆਂ ਦਾ ਚੰਬਾ, ਉਹ ਮੈਂ ਬਹੁਤ ਗਾਇਆ ਜੀ ਬਚਪਨ ਤੋਂ। ਤੇ ਇਹ ਵੀ ਮੈਂ ਤੁਹਾਨੂੰ ਪੂਰੀ ਗੱਲ ਦੱਸੂਗੀ ਕਿ ਫਿਰ ਮੈਂ ਵੱਡੇ ਹੋ ਕੇ ਗੁਰਦਾਸ ਮਾਨ ਜੀ ਨੂੰ ਵੀ ਰਿਕੁਐਸਟ ਕੀਤੀ ਕਿ ਪਲੀਜ਼ ਮੈਨੂੰ ਇਹ ਗਾਣਾ ਦੇ ਦਿਓ ਚਿੜੀਆਂ ਦਾ ਚੰਬਾ, ਤੇ ਤਾਂ ਕਿ ਮੈਂ ਬਾਈ ਜੀ ਪਲੀਜ਼ ਇਹਨੂੰ ਗਾ ਲਾਂ, ਕਿਉਂਕਿ ਮੈਂ ਇੰਨੀ ਖੁੰਦੀ ਤੋਂ ਗਾਉਂਦੀ ਆ ਰਹੀ ਹਾਂ। ਅੱਛਾ ਜੀ। ਤੇ ਮੈਂ ਧੰਨਵਾਦ ਕਰਦੀ ਹਾਂ ਬਾਈ ਜੀ ਦਾ ਵੀ ਕਿ ਉਹਨਾਂ ਨੇ ਮੈਨੂੰ ਅਲਾਉ ਕੀਤਾ, ਤੇ ਇਹ ਗੀਤ ਮੈਂ ਫਿਰ ਰਿਕਾਰਡ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਗੁਰਦਾਸ ਮਾਨ ਹੋਣਾ ਨੇ ਤੁਹਾਨੂੰ ਗੀਤ ਦੇ ਦਿੱਤਾ, ਬਹੁਤ ਘੱਟ ਲੋਕਾਂ ਨੂੰ ਇਹ ਨਸੀਬ ਹੁੰਦਾ ਨਾ ਕਿ ਉਹਨਾਂ ਦੇ ਹੱਥ ਦੀ ਕਲਮ ਨੂੰ ਗਾਇਆ ਜਾਵੇ। ਬਿਲਕੁਲ ਜੀ, ਮੈਂ ਉਹਨਾਂ ਦਾ ਇਹ ਗੀਤ ਗਾਇਆ, ਔਰ ਬਹੁਤ ਕੁੜੀਆਂ ਦਾ ਫੇਵਰੇਟ ਸੌਂਗ ਹੈ। ਛੋਟੇ ਹੁੰਦੇ ਤੋਂ ਮਾਮਾ ਜੀ ਹੋਰੀ ਸਾਰੇ ਬੜਾ ਸਾਰੇ ਪਸੰਦ ਕਰਦੇ ਸੀ ਕੁੜੀਆਂ ਤੇ ਲਿਖਿਆ, ਤੇ ਫਿਰ ਮੈਂ ਧਾਰਮਿਕ ਗਾਇਆ ਜੀ। ਅੱਛਾ ਜੀ। ਔਰ ਇੱਕ ਮੈਨੂੰ ਐਵੇਂ ਲੱਗਦਾ ਸੀ ਅੰਦਰ ਮਨ 'ਚ ਕਿ ਗਾਉਣ ਨੂੰ ਵੀ ਕਿਉਂ ਚੰਗਾ ਕਿਉਂ ਨਹੀਂ ਸਾਰੇ ਕਹਿੰਦੇ ਹੈਗੇ ਹੈ ਜੀ। ਇਹ ਤਾਂ ਇੱਕ ਕੰਮ ਹੈ, ਕਿਉਂਕਿ ਮੈਂ ਤਾਂ ਬੜੀ ਇਨੋਸੈਂਟ ਸੀ, ਬੱਚੀ ਸੀ ਜਦੋਂ ਤੋਂ ਮੈਂ ਗਾਇਆ। ਮੈਨੂੰ ਮੇਰੇ ਤੇ ਤਾਂ ਜੇ ਕੋਈ ਹੱਸਦਾ ਵੀ ਸੀ ਤਾਂ ਮੈਨੂੰ ਲੱਗਦਾ ਸੀ ਇਹ ਮੈਨੂੰ ਸਮਾਈਲ ਦੇ ਰਿਹਾ। ਮੈਨੂੰ ਹੁਣ ਪਤਾ ਲੱਗਦਾ ਕਿ ਉਹ ਸ਼ਾਇਦ ਮੇਰੇ ਤੇ ਹੱਸਦੇ ਹੋਣਗੇ ਲੋਕ, ਤੇ ਮੈਂ ਤਾਂ ਉਹਨਾਂ ਨੂੰ ਸਮਾਈਲ ਹੀ ਦਿੱਤੀ ਕਿ ਸ਼ਾਇਦ ਉਹ ਮੈਨੂੰ ਸਮਾਈਲ ਦੇ ਰਹੇ ਨੇ ਕਿ ਵੀ ਮੈਂ ਚਲੋ ਦੇਖਿਆ ਉਹਨਾਂ ਵੱਲ ਉਸ ਵੇਲੇ, ਹੈ ਨਾ। ਬਹੁਤ ਖੂਬ। ਤੇ ਪਰ ਇਹ ਭੋਲਾਪਣ ਵੀ ਜ਼ਰੂਰੀ ਹੈ ਜ਼ਿੰਦਗੀ 'ਚ, ਤੇ ਕਈ ਚੀਜ਼ਾਂ ਆਪਾਂ ਤਾਂ ਨਹੀਂ ਕਰਦੇ ਕਿ ਦੂਜੇ ਲੋਕ ਤੁਹਾਡੇ ਤੇ ਹੱਸ ਪੈਂਦੇ ਹੈ, ਹੈ ਨਾ ਜੀ। ਸੋ ਫਿਰ ਮੇਰੇ ਇੱਕ ਮਨ 'ਚ ਸੀਗਾ ਰਾਜੇ ਕਿ ਮੈਂ ਇੰਨਾ ਕੁਛ ਐਸਾ ਕਰਾਂ ਕਿ ਪਰਮਾਤਮਾ ਮੈਨੂੰ ਇੱਜ਼ਤ ਦੀ ਮੌਤ ਬਖਸ਼ੀ। ਮੈਂ ਜੋ ਵੀ ਕੰਮ ਕਰਨਾ ਹੈ, ਗੱਲ ਉੱਥੇ ਧੀ ਵਾਲੀ ਆ ਗਈ ਕਿ ਮੇਰੀ ਇੱਜ਼ਤ ਪਰਮਾਤਮਾ ਤੂੰ ਰੱਖਣੀ ਹੈ। ਫਿਰ ਪਰਮਾਤਮਾ ਨੇ ਐਸੀ ਬਖਸ਼ਿਸ਼ ਕੀਤੀ, ਜਦੋਂ ਧਾਰਮਿਕ ਹਿੱਟ ਹੋਇਆ ਫਿਰ ਆਪੇ ਇੱਜ਼ਤ ਤਾਂ ਫਿਰ ਪਰਮਾਤਮਾ ਨੇ ਦੇਤੀ। ਚਿੜੀਆਂ ਦਾ ਚੰਬਾ ਜ਼ਰੂਰ ਸੁਣਾ ਦਿਓ। ਹਾਂਜੀ। 2 ਦਿਨ ਗੀਤ ਖੁਸ਼ੀ ਦੇ ਗਾ ਕੇ, ਲੱਖਾਂ ਦਿਲ ਵਿੱਚ ਦਰਦ ਛੁਪਾ ਕੇ, ਆਈਆਂ ਤੁਰ ਤੋਂ ਲੇਖ ਲਿਖਾ ਕੇ, ਅਸਾਂ ਉੱਡ ਜਾਣਾ ਹੋ ਸਾਡਾ ਚਿੜੀਆਂ ਦਾ ਚੰਬਾ, ਉੱਡ ਜਾਣਾ ਹੋ ਸਾਡਾ ਚਿੜੀਆਂ ਦਾ ਚੰਬਾ। ਬਾਬਲ ਵੇੜੇ ਰੁੜਨਾ ਸਿੱਖੀ,
ਕੱਤਣਾ ਸਿੱਖੀ ਵਟਣਾ ਸਿੱਖੀ, ਅੰਮੀ ਦੀ ਖੁਰਕੀ ਤੋਂ ਡਰਦੀ ਬਾਬਲ ਦੇ ਗਲ ਲੱਗਣਾ ਸਿੱਖੀ। ਮੇਰੇ ਆਪਣੇ ਵੀਰ ਪਿਆਰੇ ਕੱਲੇ ਬੈ ਬੈ ਰੋਵਣ ਸਾਰੇ, ਅਸਾਂ ਉੱਡ ਜਾਣਾ ਹੋ ਸਾਡਾ ਚਿੜੀਆਂ ਦਾ ਚੰਬਾ। ਵਾਹ, ਇੰਨੀ ਖੂਬਸੂਰਤ ਜ਼ਿੰਦਗੀ ਚੱਲ ਰਹੀ ਹੈ ਤੁਹਾਡੀ। ਰੱਬ ਇੱਦਾਂ ਹੀ ਤੁਹਾਡੀ ਇਸ ਜ਼ਿੰਦਗੀ ਨੂੰ ਇੰਨਾ ਹੋਰ ਖੂਬਸੂਰਤ ਬਣਾਵੇ। ਪਰ ਇੱਕ ਵੇਲਾ ਆਉਂਦਾ ਜਦੋਂ ਸਾਰੇ ਪੰਜਾਬੀ ਸਹਿਮ ਜਾਂਦੇ ਆ। ਅਕਸਰ ਤੁਹਾਡੀਆਂ ਇੰਟਰਵਿਊਜ਼ ਦੇ ਵਿੱਚ ਇਸ ਦੀ ਗੱਲ ਜ਼ਰੂਰ ਹੁੰਦੀ ਹੈ। ਮੈਂ ਗੱਲ ਕਰ ਰਹੀ ਹਾਂ ਤੁਹਾਡੇ ਉਸ ਐਕਸੀਡੈਂਟ ਦੀ, ਜਿਸ ਤੋਂ ਬਾਅਦ ਕੁਝ ਕਹਿਣ ਲੱਗੇ ਬੀਟੀ ਜੀ ਦੀ ਆਵਾਜ਼ ਚਲੀ ਗਈ, ਕੁਝ ਕਹਿਣ ਲੱਗੇ ਬੀਟੀ ਜੀ ਦੇ ਬਾਲ ਚਲੇ ਗਏ। ਹੁਣ ਪਤਾ ਨਹੀਂ ਬੀਟੀ ਜੀ ਗਾਓਗੇ ਕਿ ਨਹੀਂ ਗਾਓਗੇ। ਕਿਵੇਂ ਉਹ ਐਕਸੀਡੈਂਟ ਹੁੰਦਾ, ਕਿਵੇਂ ਤੁਸੀਂ ਉਸ ਤੋਂ ਉਭਰਦੇ ਹੋ? ਐਕਚੁਅਲੀ ਜੀ ਉਦੋਂ ਹੀ ਮੇਰੀ ਧਾਰਮਿਕ ਐਲਬਮ ਆਈ ਸੀਗੀ, ਧੰਨ ਤੇਰੀ ਸਿੱਖੀ, ਔਰ ਮੈਂ ਉਹਦੇ 'ਤੇ ਗਾਇਆ ਸੀਗਾ ਵੀ ਦਾਤਾ ਧੰਨ ਤੇਰੀ ਸਿੱਖੀ, ਧੰਨ ਸਿੱਖੀ ਦਾ ਨਜ਼ਾਰਾ, ਕਦੇ ਖੋਪਰੀ 'ਤੇ ਰੰਬੀ, ਕਦੇ ਸੀਸ ਉੱਤੇ ਆਰਾ ਜੀ। ਸ਼ਾਇਦ ਜਦੋਂ ਫਿਰ ਸੱਟ ਲੱਗੀ ਤਾਂ ਦੋਨੋਂ ਸਾਈਡਸ 'ਤੇ ਇੱਥੇ ਗਲੀਆਂ ਕੀਤੀਆਂ ਗਈਆਂ, ਲੰਬੇ ਪਾਇਆ ਗਿਆ। ਉਦੋਂ ਸਮਝ ਆਈ ਕਿ ਗਾਉਣਾ ਸੌਖਾ ਨਹੀਂ ਹੈ ਗੁਰੂ ਸਾਹਿਬ ਨੂੰ। ਇਹ ਆਪਾਂ ਗਾ ਦਿੰਦੇ ਹਾਂ, ਪਰ ਜੋ ਹੰਢਾਉਣਾ ਜਦੋਂ ਪੈਂਦਾ ਪਤਾ ਤਾਂ ਉਦੋਂ ਲੱਗਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਹੰਢਾਇਆ ਹੋਊਗਾ। ਸੋ ਇਹ ਸਿੱਖੀ ਦੀਆਂ ਰਾਹਾਂ ਨੇ, ਇਹ ਬਹੁਤ ਡੂੰਘੀਆਂ ਨੇ, ਤੇ ਸ਼ਾਇਦ ਪਰਮਾਤਮਾ ਨੇ ਅਹਿਸਾਸ ਕਰਾਇਆ ਕਿ ਬਈ ਤੂੰ ਕਿਹਨਾਂ ਦੀ ਗੱਲ ਕਰ ਰਹੀ ਹੈ। ਤੇ ਮੈਂ ਪਰਮਾਤਮਾ ਦੀ ਧੰਨਵਾਦੀ ਹਾਂ ਕਿ ਫਿਰ ਵੀ ਮੇਰੀਆਂ ਲੋਕਾਂ ਦੀਆਂ ਦੁਆਵਾਂ ਕਿ ਅੱਜ ਮੈਂ ਉਸੇ ਤਰ੍ਹਾਂ ਆਪਣੇ ਲੋਕਾਂ 'ਚ ਵਿਚਰ ਰਹੀ ਹਾਂ। ਭਾਵੇਂ ਇੱਕ ਵੱਡਾ ਇਹ ਇੱਕ ਔਖਾ ਟਾਈਮ ਸੀਗਾ, ਅਤੇ ਜਿਹਦੇ 'ਚੋਂ ਗਰਦਨ ਵੀ ਟੁੱਟੀ, ਸਿਰ ਵੀ ਫਟਿਆ, ਅਤੇ ਉਸ ਤੋਂ ਬਾਅਦ ਉਹੀ ਗੱਲ ਵੀ ਫਾਦਰ ਨਾਲ ਜਿਹੜੀ ਨੇੜਤਾ ਸੀ, ਅਤੇ ਉਹ ਸ਼ਾਇਦ ਇੰਨੀਆਂ ਅਰਦਾਸਾਂ ਕਰਦੇ ਸੀਗੇ ਅਤੇ ਉਹ ਆਪ ਚਲੇ ਗਏ ਅਤੇ ਮੈਨੂੰ ਬਚਾ ਗਏ। ਸੋ ਇਹ ਔਖਾ ਟਾਈਮ ਸੀ ਜ਼ਿੰਦਗੀ 'ਚ, ਹਾਲਾਤ ਆਉਂਦੇ ਰਹਿੰਦੇ ਇਸ ਤਰ੍ਹਾਂ ਦੇ, ਪਰ ਉਸੇ ਚੀਜ਼ ਨੇ ਜੋ ਮੈਂ ਗਾਇਆ ਸੀ ਮੈਨੂੰ ਇੰਨਾ ਜ਼ਿਆਦਾ ਦਲੇਰੀ ਬਖਸ਼ੀ ਜੀ, ਕਿਉਂਕਿ ਸਿੱਖ ਧਰਮ ਤਾਂ ਦਲੇਰੀ ਦਾ ਧਰਮ ਹੈ। ਇਹ ਤਾਂ ਤੁਸੀਂ ਇੱਕ ਵਾਰੀ ਪਾਠ ਕਰਕੇ ਚੱਲ ਜਾਓ, ਤੁਸੀਂ ਕਹਿੰਦੇ ਮੈਂ ਫਟੇ ਚੱਕ ਦੇਣਾ, ਜੋਸ਼ ਇੰਨਾ ਹੁੰਦਾ ਹੈ ਤੁਹਾਡੇ 'ਚ। ਬਿਲਕੁਲ, ਦੇਖੋ ਇਹ ਐਕਸੀਡੈਂਟ ਹੋਣਾ ਇਹ ਕੁਦਰਤੀ ਤੌਰ 'ਤੇ ਹੋਇਆ, ਜੋ ਵੀ ਉਦੋਂ ਹੋਇਆ, ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਸੀਂ ਉਸ ਤੋਂ ਉੱਭਰੇ, ਤੁਸੀਂ ਦੁਬਾਰਾ ਇਸ ਜ਼ਿੰਦਗੀ ਦੇ ਵਿੱਚ ਵਾਪਸ ਆਏ। ਸੱਚ ਜਾਣੋਗੇ ਉਦੋਂ ਕੁਛ ਬੰਦਿਆਂ ਨੇ, ਜਿਵੇਂ ਮੈਂ ਕਿਸੇ ਨੂੰ ਫੋਨ ਕਰਨ ਲੱਗ ਗਈ ਜਦੋਂ ਠੀਕ ਜੇ ਹੋਣ ਲੱਗ ਗਈ ਕਿ ਹਾਂਜੀ ਮਤਲਬ ਨਵੇਂ ਗਾਣੇ ਦਾ ਐਲਬਮ, ਕਿਉਂਕਿ ਮੇਰੀ ਲਾਈਫ ਤਾਂ ਇੰਨੀ ਬਿਜ਼ੀ ਮੈਂ ਚੱਲ ਰਹੀ ਸੀ, ਕਈਆਂ ਨੇ ਮੇਰਾ ਫੋਨ ਨਹੀਂ ਚੱਕਿਆ। ਉਹਨਾਂ ਨੂੰ ਸ਼ਾਇਦ ਲੱਗ ਰਿਹਾ ਸੀ ਕਿ ਨਹੀਂ ਬੇਟੀ ਤਾਂ ਹੁਣ ਮਤਲਬ ਖਤਮ ਹੈ ਅਤੇ ਹੁਣ ਦੁਬਾਰਾ ਨਹੀਂ ਗੱਲ ਬਣ ਸਕਦੀ। ਪਰ ਮੈਨੂੰ ਇੰਨੀ ਸਟਰੋਂਗਲੀ ਮੈਂ ਅੱਗੇ ਆਈ ਕਿ 2 ਮਹੀਨੇ ਬਾਅਦ ਟੋਰਾਂਟੋ 'ਚ ਮੇਰੇ ਛੋਟੇ ਛੋਟੇ ਵਾਲ ਸੀ, ਮੈਂ ਉਹਨਾਂ ਨਾਲ ਗਾਇਆ। ਬਹੁਤ ਖੂਬ, ਔਰ ਤੁਸੀਂ ਇੱਦਾਂ ਹੀ ਗਾਉਂਦੇ ਰਹੋ। ਸਾਡੇ ਕੋਲ ਨਾ ਟਾਈਮ ਬਹੁਤ ਘੱਟ ਹੈ, ਔਰ ਤੁਹਾਡੀ ਲਾਸਟ ਵਾਲੀ ਗੱਲ ਨੇ ਨਾ ਲੂੰ ਕੰਡੇ, ਜਿਹਨਾਂ ਨੂੰ ਆਪਾਂ ਗੂਸ ਬੰਪਸ ਕਹਿੰਦੇ, ਉਹ ਖੜੇ ਕਰ ਦਿੱਤੇ। ਪਰਮਾਤਮਾ ਤੁਹਾਡੀਆਂ ਰੌਣਕਾਂ ਇੱਦਾਂ ਹੀ ਲਾਉਂਦਾ ਰਹੇ। ਪਰ ਸਾਡੇ ਕੋਲ ਨਾ ਹੁਣ ਟਾਈਮ ਘੱਟ ਆ, ਤੁਸੀਂ ਪ੍ਰੋਗਰਾਮ 'ਚ ਆਏ, ਤੁਹਾਡਾ ਤਾਂ ਥੈਂਕ ਯੂ ਕਰੀ ਜਾਣਾ। ਮੈਂ ਦਰਸ਼ਕਾਂ ਦਾ ਵੀ ਥੈਂਕ ਯੂ ਕਰਦੇ ਹਾਂ, ਸ਼ੁਕਰੀਆ ਕਰਦੇ ਤੁਸੀਂ ਸਾਡੇ ਨਾਲ ਜੁੜੇ ਰਹੇ। ਪਰ ਤੁਹਾਨੂੰ ਪਤਾ ਮੈਂ ਘੱਟੋ ਘੱਟ 2 ਮਿੰਟ ਹਲੇ ਤੁਹਾਡੇ ਤੋਂ ਕੋਈ ਗਾਣਾ ਸੁਣ ਕੇ ਤੁਹਾਨੂੰ ਬਾਏ ਕਹਿਣੀ ਹੈ। ਗਾਣਾ? ਹਾਂਜੀ, ਓਕੇ, ਕਿਹੜਾ ਸੁਣਾਵਾਂ? ਕੋਈ ਜਿਹੜਾ ਮਰਜ਼ੀ, ਮੈਨੂੰ ਚੁਟਕੀ ਦੇ ਨਾਲ ਵੀ ਆਪਾਂ ਸੁਣ ਲਿਆ, ਚਰਖੇ ਵਾਲਾ ਵੀ ਸੁਣ ਲਿਆ, ਬੋਲੀਆਂ ਵੀ ਸੁਣ ਲਈਆਂ, ਕੋਈ ਹੋਰ ਤੁਹਾਡਾ ਖਾਸ ਹੋਵੇ? ਹਾਂਜੀ, ਇੱਕ ਗਾਣਾ ਬਹੁਤ ਲੋਕ ਪਸੰਦ ਕਰਦੇ ਸੀ ਮੇਰਾ, ਮੇਰੇ ਧਿਆਨ 'ਚ ਉਹੀ ਆ ਗਿਆ, ਉਹੀ ਮੈਂ ਤੁਹਾਨੂੰ ਸੁਣਾ ਦਿੰਦੀ ਜੀ। ਆ ਲੈ ਸਾਂਭ ਲੈ ਯਾਰਾ ਵੇ ਤੇਰਾ ਛੱਲਾ, ਸਾਥੋਂ ਨੀ ਤੇਰਾ ਪਿਆਰ ਨਿਭਣਾ ਵੇ। ਆ ਲੈ ਸਾਂਭ ਲੈ ਯਾਰਾ ਵੇ ਤੇਰਾ ਛੱਲਾ, ਸਾਥੋਂ ਨੀ ਤੇਰਾ ਪਿਆਰ ਨਿਭਣਾ ਵੇ। ਸਿਰ ਮੁੰਨ ਕੇ ਪਵਾਈਆਂ ਕੰਨੀ ਮੁੰਦਰਾ, ਲੋਕੀ ਕਰਦੇ ਨੇ ਗੱਲਾਂ ਕਰ ਉਂਗਲਾਂ। ਜੋਗੀ ਹੋ ਗਿਆ ਜੱਟਾਂ ਦਾ ਪੁੱਤ ਚੱਲਾ, ਸਾਥੋਂ ਨੀ ਤੇਰਾ ਪਿਆਰ ਨਿਭਣਾ ਵੇ।